ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਾਰਿਆਂ ਦਾ ਅੱਜ ਫਿਰ ਇੱਕ ਵਾਰ ਸਵਾਗਤ ਹੈ। ਨਿੱਘਾ ਹਾਰਦਿਕ ਸਵਾਗਤ ਕਰਦੇ ਹਾਂ। ਆਓ ਪੰਜਾਬੀ ਗੁਰਮੁਖੀ ਸਿੱਖੀਏ। ਸਰਦਾਰਨੀ ਦਵਿੰਦਰ ਕੌਰ ਫਾਊਂਡੇਸ਼ਨ ਦੁਆਰਾ ਸੰਚਾਲਿਤ ਇਸ ਕੈਂਪ ਦਾ ਅੱਜ ਸਾਡੇ ਕੋਲ 13ਵਾਂ ਦਿਨ ਹੈ ਤੇ ਅਸੀਂ ਇਸ ਕੈਂਪ ਵਿੱਚ ਸ਼ਿਰਕਤ ਕਰ ਰਹੇ ਸਾਰੇ ਸਿੱਖਿਆਰਥੀਆਂ ਦਾ, ਸਾਰੇ ਸਿੱਖਣ ਵਾਲਿਆਂ ਦਾ ਬਹੁਤ ਹਾਰਦਿਕ ਤੌਰ ਤੇ ਸਵਾਗਤ ਕਰਦੇ ਹਾਂ, ਭਾਵੇਂ ਉਹ ਜ਼ੂਮ ਤੇ ਸਾਡੇ ਨਾਲ ਜੁੜੇ ਹੋ ਜਾਂ ਫਿਰ ਫੇਸਬੁੱਕ ਲਾਈਵ ਤੇ ਸਾਡੇ ਨਾਲ ਜੁੜੇ ਹਨ। ਆਓ ਗੁਰੂ ਸਾਹਿਬ ਦੀ ਕਿਰਪਾ ਲੈ ਕੇ ਪੰਜਾਬੀ ਦੇ ਇਸ ਕੈਂਪ ਦੇ 13ਵੇਂ ਦਿਨ ਨੂੰ ਅੱਗੇ ਵਧਾਈਏ। ਸਭ ਤੋਂ ਪਹਿਲਾਂ ਫਤਿਹ ਗਜਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਜੀ ਕੈਂਪ ਦੀ ਸ਼ੁਰੂਆਤ ਵਾਹਿਗੁਰੂ ਸਿਮਰਨ ਤੋਂ ਕਰਦੇ ਹਾਂ। ਸਾਰੇ ਹੱਥ ਜੋੜ ਲੈਣ, ਸਿਰ ਢੱਕ ਲੈਣ, ਸਾਰੇ ਆਪਣੇ ਸਿਰ ਢੱਕ ਲੈਣ। ਹੈਡ ਕਵਰ ਹੋਣੇ ਚਾਹੀਦੇ ਆ ਸਾਰਿਆਂ ਦੇ। ਹੱਥ ਜੋੜ ਲਓ ਔਰ ਆਓ ਵਾਹਿਗੁਰੂ ਸਿਮਰਨ ਨਾਲ ਸ਼ੁਰੂਆਤ ਕਰੀਏ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅਸੀਂ ਦੇਖਦੇ ਹਾਂ ਕਿ ਜਦੋਂ ਅਸੀਂ ਕੋਈ ਗਲਤੀ ਕਰ ਰਹੇ ਹੁੰਦੇ ਆ ਨਾ ਔਰ ਸਾਨੂੰ ਕੋਈ ਦੇਖ ਰਿਹਾ ਹੋਏ ਤੇ ਅਸੀਂ ਫਟਾਫਟ ਅਲਰਟ ਹੋ ਜਾਂਦੇ ਹਾਂ ਤੇ ਅਸੀਂ ਗਲਤੀ ਨਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਅੱਗੇ ਤੋਂ ਗਲਤੀ ਨਾ ਹੋਵੇ। ਬਟ ਚੋਰ ਚੋਰੀ ਉਦੋਂ ਕਰ ਲੈਂਦਾ ਹੈ ਜਦੋਂ ਉਸਨੂੰ ਲੱਗਦਾ ਹੈ ਕਿ ਪੁਲਿਸ ਨਹੀਂ ਦੇਖ ਰਹੀ, ਕਾਨੂੰਨ ਨਹੀਂ ਦੇਖ ਰਿਹਾ, ਹੈ ਨਾ। ਪਰ ਸਾਨੂੰ ਇੱਕ ਗੱਲ ਹਮੇਸ਼ਾ ਯਾਦ ਰਹਿਣੀ ਚਾਹੀਦੀ ਹੈ, ਹਮੇਸ਼ਾ, ਕਿ ਵਾਹਿਗੁਰੂ ਮੇਰੇ ਨਾਲ ਹਮੇਸ਼ਾ ਹੈ ਔਰ ਮੈਨੂੰ ਸਦਾ ਦੇਖ ਰਿਹਾ ਹੈ। ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਤੇ ਜਦੋਂ ਮੈਂ ਕਿਹਾ ਕਿ ਸਾਰੇ ਆਪਣਾ ਹੈਡ ਕਵਰ ਕਰ ਲੈਣ ਤੇ ਅੱਧੇ ਬੱਚੇ ਸੋਚਦੇ ਨੇ ਕਿ ਕੀ ਪਤਾ ਚੱਲ ਰਿਹਾ ਇਸ ਨੂੰ 500 ਬੱਚਿਆਂ 'ਚ ਕੀ ਪਤਾ ਚੱਲ ਰਿਹਾ ਹੈਡ ਕਵਰ ਹੈ ਜਾਂ ਮੈਨੂੰ ਨਹੀਂ ਪਤਾ ਚੱਲ ਰਿਹਾ। ਹੋ ਸਕਦਾ ਵਾਹਿਗੁਰੂ ਨੂੰ ਤੇ ਪਤਾ ਹੈ ਕਿ ਵਾਹਿਗੁਰੂ ਸਿਮਰਨ ਕਰ ਰਹੇ ਹਾਂ ਔਰ ਹੈਡ ਕਵਰ ਨਹੀਂ ਹੈ। ਤੇ ਉਹ ਕੀ ਕਰਦੇ ਹਨ, ਜਿਵੇਂ ਸਾਰਿਆਂ ਤੋਂ ਛੁਪ ਕੇ ਅਸੀਂ ਗਲਤੀ ਕਰ ਲੈਂਦੇ ਹਾਂ ਕਿ ਕੋਈ ਨਹੀਂ ਦੇਖ ਰਿਹਾ। ਇਸ ਤਰ੍ਹਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕੋਈ ਵੀ ਨਹੀਂ ਦੇਖ ਰਿਹਾ, ਅਸੀਂ ਵੀ ਛੁਪ ਜਾਈਏ। ਸੋ ਅਸੀਂ ਕੀ ਕਰਨਾ ਹੈ, ਜਦੋਂ ਵੀ ਅਸੀਂ ਕੋਈ ਚੰਗੀ ਗੱਲ ਨੂੰ ਸੁਣਦੇ ਹਾਂ, ਉਸਨੂੰ ਸਮਝਦੇ ਹਾਂ, ਉਸਨੂੰ ਸਮਝ ਕੇ ਅਸੀਂ ਫਟਾਫਟ ਦਿਲ ਵਿੱਚ ਵਸਾ ਲੈਣਾ ਤੇ ਇਹ ਸਦਾ ਜਾਣਨਾ ਕਿ ਵਾਹਿਗੁਰੂ ਹਮੇਸ਼ਾ ਮੈਨੂੰ ਦੇਖ। ਠੀਕ ਹੈ ਜੀਓ। ਸਾਰਿਆਂ ਨੂੰ ਫਿਰ ਤੋਂ ਰਿਕੁਐਸਟ ਹੈ ਕਿ ਹੈਡ ਕਵਰ ਕਰਕੇ ਬੈਠ ਜਾਣ। ਆਓ ਜੀ ਅੱਜ ਦੀ ਸ਼ੁਰੂਆਤ ਕਰਦੇ ਹਾਂ। ਕੱਲ ਅਸੀਂ ਕੀਤਾ ਸੀ ਮੇਰਾ ਪਰਿਚਾ। ਅੱਛਾ, ਕੱਲ ਦੀ ਮੈਂ ਲਿਖ ਤੇ ਦਿੱਤਾ ਬੋਰਡ ਵਿੱਚ ਮੇਰਾ ਪਰਿਚਾ ਇਸ ਤਰ੍ਹਾਂ, ਤੇ ਮੈਂ ਬਾਅਦ ਚੋਂ ਕੈਪਟਨ ਯਸ਼ਪਾਲ ਸਿੰਘ ਜੀ ਹੋਰਾਂ ਨੂੰ ਫੋਨ ਕੀਤਾ, ਜਿਹੜੇ ਅੱਜ ਤੁਹਾਡੀ ਕਲਾਸ ਲੈਣਗੇ 12:40 ਤੋਂ 20-25 ਮਿੰਟ ਦੀ ਕਲਾਸ ਲੈਣਗੇ। ਉਹ ਸਮਝਾਣਗੇ ਪੰਜਾਬੀ ਲੈਂਗੁਏਜ ਦੀ ਇੰਪੋਰਟੈਂਸ। ਤੇ ਮੈਂ ਉਹਨਾਂ ਨੂੰ ਫੋਨ ਕੀਤਾ, ਕਹਿੰਦੇ ਕਿ ਅੱਜ ਤੁਸੀਂ ਕਲਾਸ ਵਿੱਚ ਕੀ ਕਰਾਇਆ? ਮੈਂ ਕਿਹਾ ਜੀ ਮੈਂ ਮੇਰਾ ਪਰਿਚਾ ਕਰਾਇਆ। ਕਹਿੰਦੇ ਪੰਜਾਬੀ ਵਿੱਚ ਮੇਰਾ ਪਰਿਚਾ ਥੋੜੀ ਕਹਿੰਦੇ ਆ, ਪੰਜਾਬੀ ਵਿੱਚ ਕਹਿੰਦੇ ਮੇਰੀ ਜਾਣ ਪਛਾਣ। ਤੇ ਤੁਸੀਂ ਮਾਈ ਸੈਲਫ ਦੀ ਹੈਡਿੰਗ ਜਿਹੜੀ ਅਸੀਂ ਕੱਲ ਮੇਰਾ ਪਰਿਚਾ ਲਿਖੀ ਸੀ, ਇਸਨੂੰ ਇਰੇਜ਼ ਕਰਕੇ ਲਿਖ ਲਓ ਮੇਰੀ ਜਾਣ ਪਹਿਚਾਣ। ਮਾਈ ਸੈਲਫ ਨੂੰ ਪੰਜਾਬੀ ਵਿੱਚ ਕਹਿੰਦੇ ਆ ਮੇਰੀ ਜਾਣ ਪਹਿਚਾਣ। ਉਹਨਾਂ ਨੇ ਮੈਨੂੰ ਕਰੈਕਟ ਕੀਤਾ। ਆਈ ਐਮ ਰੀਅਲੀ ਥੈਂਕਫੁਲ ਟੂ ਹਿਮ। ਸਾਰੇ ਕਰੈਕਟ ਕਰ ਲੈਣ। ਅੱਜ ਸਾਡੇ ਕੋਲ ਹੋ ਗਈ ਹੈ, ਕਿਹੜੀ ਤਰੀਕ ਹੈ? ਮੇਰੇ ਕੈਮਰੇ ਤੇ ਹਨ ਕਿਆਂਸ਼ ਓਬਰੋਏ। ਕਿਆਂਸ਼ ਬੱਚੇ ਅੱਜ ਕਿਹੜੀ ਡੇਟ ਹੈ? 1 2 3 ਇਸ ਤਰ੍ਹਾਂ ਇਸ਼ਾਰਾ ਕਰਕੇ ਦੱਸ ਦੋ। ਸੈਕਿੰਡ ਜੂਨ। ਠੀਕ ਹੈ। 6 ਉਹ ਦੇਖੋ 6 ਦੱਸ ਰਿਹਾ, ਕਿਆਂਸ਼ ਨੂੰ ਪਤਾ ਹੀ ਨਹੀਂ ਹੈ ਡੇਟ। ਅੱਜ 2 ਹੈ ਨਾ? आई गेस मुन्नी बन के यस नो कर दो। ओके,
ਅੱਜ 2 ਜੂਨ ਹੈ ਤੇ ਸਾਡਾ ਲਾਸਟ ਡੇ ਹੈ 4th ਨੂੰ, ਯਾਨੀ ਅੱਜ ਅਸੀਂ 3rd ਲਾਸਟ ਡੇ ਤੇ ਹਾਂ, ਕੱਲ 2nd ਲਾਸਟ ਡੇ ਹੋਏਗਾ ਔਰ ਪਰਸੋਂ ਲਾਸਟ ਡੇ ਕਰਾਂਗੇ, ਠੀਕ ਹੈ। ਤੇ ਅੱਜ ਸਾਰੇ ਧਿਆਨ ਨਾਲ ਸੁਣੋ, ਅੱਜ ਜਪਜੀ ਸਾਹਿਬ ਦੀਆਂ 5 ਪੌੜੀਆਂ ਮੈਂ ਪੰਜਾਬੀ ਵਿੱਚ ਆਪ ਜੀ ਨੂੰ ਸਕਰੀਨਸ਼ਾਟ ਭੇਜਾਂਗਾ, ਠੀਕ ਹੈ। ਪਾਠ ਅਸੀਂ ਕੱਲ ਸਿੱਖਣਾ, ਜਪਜੀ ਸਾਹਿਬ ਦੀਆਂ ਪਹਿਲੀ 5 ਪੌੜੀਆਂ ਸਕਰੀਨਸ਼ਾਟ ਭੇਜਾਂਗਾ ਪੰਜਾਬੀ ਵਿੱਚ, ਤੁਸੀਂ ਪੜ੍ਹਨ ਦੀ ਕੋਸ਼ਿਸ਼ ਕਰਨੀ ਹੈ ਔਰ ਕੱਲ ਅਸੀਂ ਪਾਠ ਕਰਨਾ ਸਿੱਖਾਂਗੇ, ਠੀਕ ਹੈ, ਕਿ ਪਾਠ ਕਿਵੇਂ ਕਿਵੇਂ ਕਰਨਾ, ਕਿਉਂਕਿ ਮੇਨ ਮਕਸਦ ਸਾਡਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਹੀ ਜੁੜਨਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਕਿਸੇ ਧਰਮ ਦੇ ਗੁਰੂ ਨਹੀਂ ਹਨ, ਉਹ ਮਾਨਵਤਾ ਦੇ ਗੁਰੂ ਹਨ, ਤੇ ਜਿਹੜੇ ਵੀ ਇਨਸਾਨ ਨੇ ਧਰਤੀ ਤੇ, ਜਿਤਨੇ ਵੀ ਇਨਸਾਨ, ਉਹ ਸਾਰੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅੱਗੇ ਮੱਥਾ ਟੇਕ ਸਕਦੇ ਹਨ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿੱਖਿਆ ਲੈ ਸਕਦੇ ਹਨ। ਅਸੀਂ ਉਹਨਾਂ ਦੀ ਅਨਮੋਲ ਸਿੱਖਿਆ ਸਿੱਖਣ ਲਈ ਪੰਜਾਬੀ ਸਿੱਖੀ ਹੈ, ਗੁਰਮੁਖੀ ਸਿੱਖੀ ਹੈ, ਤਾਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਸ਼ਬਦ ਬਾਣੀ ਪੜ੍ਹ ਸਕੀਏ, ਠੀਕ ਹੈ ਜੀਓ। ਔਰ ਕੱਲ ਦਾ ਜਿਹੜਾ ਹੋਮਵਰਕ ਹੈ, ਜਪਜੀ ਸਾਹਿਬ ਦੀ 5 ਪੌੜੀਆਂ ਸਾਰਿਆਂ ਨੇ ਧਿਆਨ ਨਾਲ ਪੜ੍ਹਨਾ ਹੈ ਸਕਰੀਨਸ਼ਾਟ, ਤਾਂ ਕਿ ਅਸੀਂ ਦੇਖ ਸਕੀਏ ਅਗਲੇ ਦਿਨ ਕਲਾਸ ਵਿੱਚ ਈਜ਼ੀ ਹੋਵੇ। ਅੱਜ ਤੁਸੀਂ ਮੈਨੂੰ ਦੱਸੋ ਮੁੰਨੀ ਬਣ ਕੇ ਕਿ ਜਿਹੜਾ ਹੋਮਵਰਕ ਆਇਆ ਸੀ ਤੁਸੀਂ ਕੀਤਾ ਸੀ ਜਾਂ ਨਹੀਂ? ਸਕਰੀਨਸ਼ਾਟਸ ਭੇਜੇ ਸੀ ਹੋਮਵਰਕ ਵਿੱਚ, ਉਸ ਵਿੱਚ ਇੱਕ ਸਭ ਤੋਂ ਅਗੰਮੀ ਸ਼ਖਸੀਅਤ ਵਾਹਿਗੁਰੂ ਦੇ ਉੱਪਰ ਪੈਰਾਗ੍ਰਾਫ ਸੀ, ਕਿਸ ਕਿਸ ਨੇ ਉਹ ਪੜਿਆ ਸੀ ਔਰ ਕਿਸ ਕਿਸ ਨੇ ਨੋਟ ਡਾਊਨ ਕੀਤਾ, ਪੈਨ ਡਾਊਨ ਕੀਤਾ, ਕਿਸ ਕਿਸ? येलो हैंड रेज कर दो जरा, जिस जिसने कीता है होमवर्क। अच्छा मैं देख रहा काउंटिंग कितनी वध रही है, 20 लोगों ने होमवर्क कीता है, बाकी कितने सो रहे सन 2000 विचों? 35 लोग भी पूरे नहीं, 35 ठीक। ਇਹ 35-40 ਲੋਕਾਂ ਨੇ ਬਸ ਹੋਮਵਰਕ ਕੀਤਾ ਤੇ ਫਿਰ ਕਿਵੇਂ ਗੱਲ ਬਣੇਗੀ? ਅਸੀਂ ਸੋਚੀਏ ਕਿ ਅਸੀਂ ਪੰਜਾਬੀ ਸਿੱਖ ਰਹੇ ਹਾਂ, ਕਿੰਨਾ ਟਾਈਮ ਅਸੀਂ ਆਪਣਾ ਡਿਵੋਟ ਕੀਤਾ ਹੈ ਇਸ ਕੈਂਪ ਵਿੱਚ, ਤੇ ਜੇ ਟਾਈਮ ਡਿਵੋਟ ਕਰਕੇ ਹੋਮਵਰਕ ਹੀ ਨਾ ਕੀਤਾ ਤੇ ਫਿਰ ਫਾਇਦਾ ਕੁਝ ਨਹੀਂ ਹੋਏਗਾ। ਮੈਂ ਪਹਿਲੇ ਹੀ ਦੱਸ ਦਵਾਂ, ਜੇ ਅਸੀਂ ਕੁਝ ਲਰਨਿੰਗ ਪ੍ਰੋਸੈਸ ਵਿੱਚ ਹੋਮਵਰਕ ਹੀ ਨਾ ਕਰ ਸਕੇ ਤੇ ਫਿਰ ਫਾਇਦਾ ਕੁਝ ਨਹੀਂ ਹੋਣ ਵਾਲਾ। ਅਸੀਂ ਜਿਹੜਾ ਕੱਲ ਦਾ ਪੈਰਾਗ੍ਰਾਫ ਕੀਤਾ ਸੀ ਉਹ ਸੀ ਬੇਅੰਤ ਨਾਂ ਵਾਲੇ ਵਾਹਿਗੁਰੂ ਨਾਲ ਜਾਣ ਪਛਾਣ, ਯਾਨੀ ਐਸੇ ਗੁਰੂ ਬਾਰੇ, ਵਾਹਿਗੁਰੂ ਪਰਮਾਤਮਾ ਬਾਰੇ ਗੱਲ ਹੋ ਰਹੀ ਸੀ ਜਿਸ ਦੇ ਬਹੁਤ ਸਾਰੇ ਨਾਮ ਨੇ। ਪਹਿਲੀ ਲਾਈਨ ਸੀ ਵਾਹਿਗੁਰੂ ਇੱਕੋ ਇੱਕ ਐਸੀ ਅਧਿਕ ਅਸੀਮ ਸ਼ਕਤੀ ਹੈ ਜਿਸਨੇ ਸਾਨੂੰ ਸਭ ਨੂੰ ਪੈਦਾ ਕੀਤਾ ਹੈ। ਅੱਛਾ ਹੁਣੇ ਮੈਂ ਕਹਿ ਰਿਹਾ ਇਸ ਵਿੱਚ ਕਾਫੀ ਸਾਰੇ, ਇਹ ਮੈਂ ਇਸ ਬੁੱਕ ਚੋਂ ਆਪ ਜੀ ਨੂੰ ਭੇਜਿਆ ਸੀ, ਇਹ ਸਕਰੀਨਸ਼ਾਟ ਤੁਹਾਡੇ ਗਰੁੱਪ ਵਿੱਚ ਹੋਏਗਾ। ਇਹ ਜਿਸ ਨੇ ਹੋਮਵਰਕ ਕੀਤਾ ਹੈ ਉਹ ਇਸ ਤੋਂ ਡਾਊਟਸ ਹੋਣਗੇ, ਤੁਹਾਨੂੰ ਕਾਫੀ ਸਾਰੇ ਵਰਡ ਸਮਝ ਹੀ ਨਹੀਂ ਆ ਰਹੇ ਹੋਣਗੇ ਕੀ ਲਿਖਿਆ, ਤੇ ਅੱਜ ਅਸੀਂ ਡਾਊਟ ਸੈਸ਼ਨ ਰੱਖਾਂਗੇ। ਅੱਜ ਤੁਸੀਂ 40 ਮਿੰਟ तक सिर्फ डाउट्स पूछोगे ਮੈਨੂੰ। डाउट्स की पूछोगे कि क्या लाइन आपको बनानी नहीं आ रही, कॉन्वर्सेशन करने में आप कौन सी लाइन को हिंदी में बोल रहे हैं जो आप पंजाबी में बोलना चाहते हैं, या फिर आप कोई ऐसा नए शब्द जानना चाहते हो जिसको आपको पंजाबी में नहीं लिखना आ रहा। दूसरा, आपको शब्दकोश, ये मैंने आपको भेजा था शब्दकोश, अगर आपने ध्यान से देखा हो ग्रुप में, शब्दकोश एक एप्लीकेशन है जो आपने प्ले स्टोर से, एंड्रॉइड हो या फिर एप्पल से भी, ये आपने डाउनलोड करनी थी। शब्दकोश, इसमें क्या है, इंग्लिश में कोई वर्ड अगर हमें आता है तो उसको पंजाबी में कन्वर्ट कर देता है शब्दकोश, और सिमिलरली पंजाबी में कोई आता है तो उसको इंग्लिश में कन्वर्ट कर देता है। तो ये एप्लीकेशन हमें बहुत हेल्पफुल होगी, बहुत ज्यादा हेल्पफुल। अगर हमें फ्यूचर में भी कोई इंग्लिश का वर्ड आ रहा है, जैसे मुझे एडमेंट पता है, गुड पता है, बैड पता है, कोई बेसिक वर्ड ले लेते हैं, तो जैसे कल हमने गुड को सर्च किया तो उसमें आ रहा था अच्छा, चंगा, चंगेयाई, नाउन्स, एडजेक्टिव्स, वर्ब में जहां जहां वो वर्ड आएगा उसको बहुत अच्छी तरह एक्सप्लेन किया। तो आई वुड अगेन रिक्वेस्ट कि शब्दकोश को सबने डाउनलोड करना है, ठीक है। अब जिसको डाउट है, कल के वो जो पैराग्राफ भेजा था बेअंत नाम वाले वाहिगुरु नाल जान पछान, वो अपने हैंड रेज कर दे, क्योंकि आज डाउट क्लास ही रखी है मैंने, कल पाठ करना है। आज डाउट क्लास है, आप सारे डाउट्स पूछ सकते हो आज, क्योंकि आज हमारे पास खूब टाइम है। अगर आपने कोई पंजाबी में सेंटेंस बनाना पूछना है, कोई शब्द बनाना पूछना है, स्पेलिंग नहीं आ रहे हैं, तो आज आप सब कुछ पूछ सकते हो। ये चीजें ध्यान रखें। माई सेल्फ को कहते हैं मेरी जान पहचान। शब्दकोश आपने डाउनलोड करना है, ये जो इंग्लिश से पंजाबी और पंजाबी से इंग्लिश में ट्रांसलेट कर देता है, ठीक है। आपको और भी स्क्रीनशॉट्स भेजूंगा मैं पैराग्राफ्स के, सेंटेंसेस के, आपने वो बुक्स पढ़ने की कोशिश करनी है। फिर कोई डाउट आता है, क्लासेस खत्म भी हो जाती हैं, तब भी आप मेरे नंबर पे पूछ सकते हो, या फिर व्हाट्सएप वाहिगुरु यूट्यूब की जी फॉर ग्रैटिट्यूड चैनल को सब्सक्राइब करके वहां पे कमेंट सेक्शन में भी पूछ सकते हैं, ठीक है। जो कैंप की वीडियो आती है आपने वो भी
रोज के रोज देखनी है, जो कि आप नहीं देख रहे हैं, कई सारे में देख। चलिए नाउ रेज योर हैंड्स, जिस जिसको भी डाउट है रेज योर हैंड्स। अब मैं देखूंगा किस किस को चांस मिलेगी। सब फर्स्ट चांस गोज टू अगमप्रीत सिंह। जिस जिसको नाम बुलाया जा रहा है फटाफट माइक अनम्यूट करेगा। हाँ जी वाहिगुरु जी का अगमप्रीत, खालसा, वाहिगुरु जी का खालसा, वाहिगुरु जी की फतेह। फतेह। वाहिगुरु जी इसे तखत किਵੇਂ लिखांगी? इजी है, तखत। की ना है बच्चे ਤੁਹਾਡਾ? अगमप्रीत सिंह। देखो अगमप्रीत सिंह तखत इस तरह लिखा है, तखत तखत। ओके सर। पर और ਅਸੀਂ ਸਿੰਘ ਕਿਵੇਂ ਲਿਖਾਂਗੇ? देखो सिंह, सस्से नु सिहारी, टिप्पी और कग्गा, सिंह। ओके सर, थैंक यू सर। ओके जी, ਸਾਰੇ ਆਪਣੇ ਹੈਂਡਸ ਡਾਊਨ ਕਰਨਗੇ ਜਿਨ੍ਹਾਂ ਦੇ ਡਾਊਟ ਕਲੀਅਰ ਹੋ ਜਾਣ। ਡਾਊਟ ਕਲੀਅਰ ਹੋਣ ਤੋਂ ਬਾਅਦ ਤੁਸੀਂ ਆਪਣਾ ਹੈਂਡ ਡਾਊਨ ਕਰ ਲੈਣਾ, ਠੀਕ ਹੈ? ਹਾਂਜੀ, ਤੇ ਨੈਕਸਟ ਚਾਂਸ ਅਗਲਾ ਕੁਐਸਚਨ ਪੁੱਛ ਸਕਦੇ ਹੋ ਜਗਵਿੰਦਰ ਸਿੰਘ। ਜਗਵਿੰਦਰ ਸਿੰਘ ਮਾਈਕ ਅਨਮਿਊਟ ਕਰੋ। वाहिगुरु जी का खालसा, वाहिगुरु जी का खालसा, वाहिगुरु जी की फतेह। सर मैं जमात तीसरी नु तीजी लिखांगे या तीसरी लिखांगे? हाँ दोनों लिख सकते हैं वैसे, पर तीजी लिखोगे तो ज्यादा अच्छा होएगा। तीजी, मैं तीजी जमात विच पढ़दा हाँ, तीजी जमात। ठीक है जी, ठीक है। हैंड डाउन कर लो। अगला चांस जा रहा है नैतिक गोकलानी। नैतिक गोकलानी। वाहिगुरु जी का वाहिगुरु जी का खालसा, वाहिगुरु जी की फतेह। हाँ जी नैतिक जी, आपका कोई नेटवर्क इशू लग रहा है, मुझे आवाज नहीं आ रही है, दोबारा बोलने की कोशिश करें। 30 में को स्क्रीनशॉट भेजा था ह के रूल्स, वो जो आपने 30, वो मेरे को समझ में नहीं आ रहा है। दोबारा बोलिए, मुझे तो आपका क्वेश्चन ही समझ नहीं आया, आवाज कट रही है। नैतिक जी दोबारा बोलिए, आपकी आवाज नहीं आ रही है। आप था सर, मैं चैट पे बोलूं? हाँ जी चैट पे लिख दो, सखी प्रीत कौर और प्रभनूर कौर। आप अपना माइक बंद कर लो नैतिक। सखी प्रीत कौर, प्रभनूर कौर और नैतिक अपना हैंड डाउन कर। वाहिगुरु जी का खालसा, वाहिगुरु जी की फतेह। वाहिगुरु जी की फतेह। सर जी जिਵੇਂ ਮੇਰਾ ਨਾਮ ਸਾਖੀਪ੍ਰੀਤ ਕੌਰ ਹੈਗਾ ਤਾਂ ਪ੍ਰੀਤ ਕਿਵੇਂ ਲਿਖਦੇ हैं? प्र ਕਿਵੇਂ ਲਿਖਦੇ हैं पंजाबी? प दे पैर ते र, होमवर्क नहीं कीता होएगा ना, ता ही नहीं आ रहा। सखी प्रीत प दे पैर ते र आएगा। ठीक है सर जी, थैंक यू। हैंड डाउन कर दे रहा हूं नाल नाल, बार बार क्यों बोलना पैंदा। गुरसीरत कौर, गुरसीरत कौर। ए नहीं ऑन कर रहे माइक। जसलीन कौर। जी का खालसा, वाहिगुरु जी का खालसा, वाहिगुरु जी की फतेह। हाँ जी जल्दी बोलो गुरसीरत कौर। जी टंगा ते टिप्पी ते कानू लग गया। टंगा, ये देखो टंगा, क्योंकि ट ते नेजल साउंड है। टंगा जो ਅਸੀਂ बोलते हैं जिससे नोज वाइब्रेट होगी, टंगा। और ट मुक्ता है, टैंका मुक्ता है, इस करके उससे टिप्पी आ गई है। हाँ जी वैसे वैसे ग ते बिंदी क्यों लगाई गई है? टंगा प्लूरल वर्ड है, प्लूरल। टंगा यानी ਅਸੀਂ इधर लेग्स ਦੀ ਗੱਲ ਕਰ ਰਹੇ ਹਾਂ, वैसे ਲੱਤਾਂ ਵੀ ਕਹਿ ਸਕਦੇ ਹਾਂ, ਜਾਂ ਫਿਰ ਇਸ ਟੰਗਾ ਨੂੰ ਮੈਂ ਕਹਿ ਸਕਦਾ ਕਿ टांगू, कुछ टांग दूं, जिवें हिंदी ਵਿੱਚ ਕਹਿੰਦੇ ਆ टांगू, कुछ टांगू मैं, यानी शुड आई, यहाँ पे जैसे कील है तो कील पे कुछ हैंग ऑन कर दूं, तो वो टंगा, इसलिए बिंदी आई है। हाँ जी थैंक यू जी।
जसलीन कौर अनम्यूट कर लो। वाहिगुरु जी का खालसा वाहिगुरु जी की फतेह। ਵੀਰ ਜੀ श्रेष्ठा ਕਿਵੇਂ ਲਿਖਦੇ ਨੇ? की बेटा? श्रेष्ठा श्रेष्ठा, ये देखो श्रेष्ठा। ਓਕੇ ਤੇ ਇੱਕ ਮੈਂ ਇਨਫੋਰਮੇਸ਼ਨ ਦੇਵਾਂ हाँ जी, ਜਿਵੇਂ ਕੋਈ ਸ਼ਬਦਕੋਸ਼ ਡਾਊਨਲੋਡ ਨਹੀਂ ਕਰ ਪਾ ਰਿਹਾ ਤੇ ਉਹਨਾਂ ਕੋਲ ਇੰਨੀ MB ਨਹੀਂ ਹੈ ਤੇ ਉਹ ਗੂਗਲ ਤੋਂ ਵੀ ਵੇਖ ਸਕਦੇ ਨੇ। ठीक है, थैंक यू जी। ਤੇ ਇਹ ਸਾਰੇ ਨੋਟ ਡਾਊਨ ਕਰ ਲੈਣ। ਵੈਸੇ 12 MB ਦਾ ਹੀ ਹੈ ਸ਼ਬਦਕੋਸ਼, ਤੇ ਸਾਰੇ ਡਾਊਨਲੋਡ ਕਰ ਪਾਣਗੇ, ਪਰ ਫਿਰ ਵੀ ਇਨ ਕੇਸ ਤੁਹਾਡੇ ਕੋਲ ਸ਼ਬਦਕੋਸ਼ ਨਹੀਂ ਹੈ ਤੁਸੀਂ ਗੂਗਲ ਤੋਂ ਦੇਖ ਸਕਦੇ ਹੋ। ਥੈਂਕ ਯੂ ਜੀ। ਵੈਲਕਮ। ਗੁਰਸੀਰਤ ਕੌਰ, ਜਸਲੀਨ ਕੌਰ, ਆਪਣੇ ਹੱਥ ਥੱਲੇ ਕਰੋ ਬੇਟਾ ਜਿਸ ਦਾ ਡਾਊਟ ਕਲੀਅਰ ਹੋ ਜਾਂਦਾ ਹੈ। अनंत छबिलानी, माइक अनम्यूट कीजिए। अनंत छबिलानी, जल्दी जल्दी माइक अनम्यूट करना। अनंत छबिलानी। जयबीर सिंह, जयबीर सिंह। सर जी हाँ जी, मैंने टंगान तो एक सेंटेंस बनाना सिखाओ। किस तो सेंटेंस बनाना है तुसी? जयबीर सिंह, किस तो सेंटेंस बनाना है? सर टंगा तो टंगा। अगर ते टंगा ਅਸੀਂ ਲੈਗਸ ਦੀ ਜਗ੍ਹਾ ਯੂਜ਼ ਕਰ ਰਹੇ ਹਾਂ ਤੇ ਉਸ ਦਾ सेंटेंस हो सकता है मेरियां टंगा दुख रहीਆਂ ਹਨ, कि मेरी लातें दुख रही हैं। और अगर ਅਸੀਂ टंगा यानी हैंग ऑन तो शुरू करना है ते की मैं रस्सी ते कपड़े टंगा। ठीक है, चंगा। हाँ जी। अनंत छबिलानी, अगर आपको कोई डाउट है तो आप पूछ सकते हैं। सर अनंत छबिलानी कैसे लिखते हैं? इतनी देर बाद आपने ऑन क्यों किया है? अनंत, देखो ये हो गया अनंत, अनंत छबिलानी। वाहेगुरु लिख के दिखाओ तो सर, वाहेगुरु लिख के दिखाओ ना। वाहेगुरु तो सर लिख के रोज भेजते हैं ग्रुप में, वाहेगुरु जी का खालसा वाहेगुरु जी की फतेह। आप ध्यान नहीं देते हैं क्या? ओके। जसवीन कौर, जिन्हां दे डाउट क्लियर हो रहे हैं हैंड्स डाउन करन। जसवीन कौर, वाहिगुरु जी का वाहेगुरु खालसा जी का खालसा वाहेगुरु जी की फतेह। सर मैंने पैर से र और पैर से ह से समझ नहीं आ रहा है। ठीक है बेटा, ये डाउट नहीं है और इसका बिल्कुल आंसर नहीं दिता जाएगा। ਤੁਸੀਂ ਪਹਿਲੇ ਹੋਮਵਰਕ ਕੰਪਲੀਟ ਕਰੋ ਔਰ ਗਰੁੱਪ ਵਿੱਚ ਉਹ ਜਿਹੜੀ ਕੈਂਪ ਦੀ ਵੀਡੀਓ ਆਈ ਸੀ ਪੈਰੀ, ਉਹ ਤੁਸੀਂ ਧਿਆਨ ਨਾਲ ਦੇਖੋਗੇ ਤੇ ਦੁਬਾਰਾ ਸਮਝ ਆ ਜਾਏਗੀ। ਜਪਜੋਤ ਕੌਰ, ਜਪਜੋਤ ਕੌਰ। वाहिगुरु जी का खालसा वाहिगुरु जी की फतेह। हाँ जी, जपजोत कौर। सर ਤੁਸੀਂ ਪਿਛਲੀ ਕਲਾਸ ਵਿੱਚ ਰਸ਼ੀ ਕਦੇ ਨੀਚੇ ਰ ਤੇ षटकोण ਵਾਲਾ ਕਰਵਾਇਆ ਸੀ, ਉਹ ਮੈਨੂੰ ਸਮਝ ਨਹੀਂ ਆਇਆ ਸੀ। किस ਵਿੱਚ? ਦੁਬਾਰਾ ਬੋਲੋ, ਕਿਹੜੇ ਸ਼ਬਦ ਵਿੱਚ? र से ऋषि क के नीचे र और षटकोण वाला। ਦੁਬਾਰਾ ਲੈਸਨ ਦੇਖੋ, ਸਮਝ ਨਹੀਂ ਆਇਆ ਤੇ 12 ਲੈਸਨ ਦੇਖੋ। ਇਸ ਦਾ ਇੱਕ ਅਸੀਂ ਹੋਮਵਰਕ ਦਾ ਲੈਸਨ ਵੀ ਬਣਾਇਆ ਹੋਇਆ ਰ ਰਿਸ਼ੀ ਵਾਲਾ, ਔਰ ਇੱਕ ਕੈਂਪ ਦੀ ਵੀਡੀਓ ਵੀ ਹੈ। ਇਸ ਨੂੰ ਅਸੀਂ ਰ ਪੂਰਾ ਲਿਖਾਂਗੇ। ਸ਼ ਸਾਡੇ ਕੋਲ ਇੱਕੋ ਹੀ ਹੁੰਦਾ ਹੈ, षटकोण ਵਾਲਾ। ਪੈਰ ਤੇ ਰ ਇਸ ਤਰ੍ਹਾਂ ਪੈਂਦਾ ਹੈ। ਇਹ ਤੁਸੀਂ ਲੈਸਨ ਦੁਬਾਰਾ ਦੇਖਣਾ ਹੈ। ਕਲਾਸ ਵਿੱਚ ਜੈਨੂਇਨ ਡਾਊਟਸ ਪੁੱਛਣੇ ਹਨ। ਕਿੰਨੀ ਵਾਰ ਕਿਹਾ ਹੋਇਆ? युवराज सिंह सोंधी, युवराज सिंह। ਮੈਨੂੰ ਪੁੱਛਣਾ ਸੀ ਕਿ ਉਹ ਤੁਸੀਂ ਇੱਕ ਵਾਰ ਤਕਸ਼ਿਲਾ ਲਿਖਣਾ ਸਿਖਾ ਸਕਦੇ ਹੋ? ठीक है, तक्षशिला बड़ा इजी है रजे। तक्षशिला
ਸਰ ਇਧਰ ਮੈਨੂੰ ਪੁੱਛਣਾ ਸੀ ਕਿ ਇਹ ਜੋ ਸੱਸੇ ਪੈਰ ਬਿੰਦੀ ਸ਼ ਬੋਲੇ ਲਿਖਿਆ हुआ है ਇਹ ਤੇ ਤੁਸੀਂ ਬਤਾਇਆ ਸੀ ਕਿ ਇਹ ਉਰਦੂ ਫਾਰਸੀ ਦੇ ਵਰਡ ਵਿੱਚ ਯੂਜ਼ ਹੁੰਦਾ ਹੈ। ना 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 ना, उर्दू फारसी गग्गे पैर बिंदी, खखे पैर बिंदी, फफे पैर बिंदी और लल्ले पैर बिंदी है ए। ਓਕੇ और ਸਰ ए जेड़े शशा मैंने और लगता जज्जा है है ए कि- ते नॉर्मल भाषा विच यूज हो जाएगा। ठीक है ਓਕੇ ਸਰ ਇੱਕ ਸੈਕਿੰਡ ਮੈਂ ਨੋਟ ਕਰ ਰਿਹਾ। हाँ जी, जे नोट नहीं भी कर सकते तो तुसी जेड़ी कैंप दी वीडियो आएगी उसनु दोहरा के पॉज करके आराम नाल देख सकते हो। पूजा कलवानी, पूजा कलवानी। डाउट है? हाँ जी पूछिए डाउट। पूजा करवानी। आपस ਵਿੱਚ ਗੱਲਾਂ ਹੀ ਨਹੀਂ ਖਤਮ ਹੋ ਰਹੀਆਂ ਉਹਨਾਂ ਦੀਆਂ। ਗੁਰਨਾਜ਼ ਕੌਰ ਸੈਣੀ, ਗੁਰਨਾਜ਼ ਕੌਰ ਸੈਣੀ। ਗੁਰਨਾਜ਼ ਕੌਰ ਸੈਣੀ ਕਿੰਨੀ ਵਾਰ ਇੱਕੋ ਨਾਮ ਬੁਲਾਣਾ ਪੈਂਦਾ। जानवी शदीजा, जानवी शदीजा। सर जी जानवी कहें? बिल्कुल आवाज नहीं आ रही, दोबारा बोलने की कोशिश करो। जानवी कैसे लिखते हैं? आपने लग रहा है पुराने लेसन कोई भी अटेंड नहीं करे होंगे। हाँ कुछ नहीं अटेंड किया आपने? ये तो बिल्कुल किया है ना सर। जानवी, इसमें क्या पूछने वाला तो कुछ भी नहीं था। चलिए आगे देखते हैं। कवनदीप सिंह, कवनदीप सिंह। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ खालसा ਕੀ वाहिगुरू ਫਤਿਹ। जी की ਸਰ फतेह। ਮੈਨੂੰ ਇਹ ਡਾਊਟ ਹੈ ਕਿ ਪੰਜਾਬੀ ਚ ਕੜਾ ਕਿੱਕਣ ਲਿਖਦੇ ਨੇ? कड़ा देखो बड़ा इजी है। क ड़ कन्ना, कक्का डाड़ा कन्ना कड़ा। ਥੈਂਕ ਯੂ ਸਰ। सतनाम कौर। सर मेरा सर वाहिगुरू जी का खालसा वाहिगुरू वाहिगुरू जी की खालसा, फतेह। वाहिगुरू जी की सर मेरा ये डाउट है कि दो तरह के अपने रण सिखाए उनका डिफरेंस बता दीजिए। दो तरह के क्या सिखाए? रण- आपने एक रणा सिखाया है और एक और दो तरह के रणा है और मेरे को उनके भी डिफरेंस समझ में नहीं आ रहा है सर। शायद आप ये पूछने की कोशिश करें ण और ड़, शायद ये नेजल साउंड के साथ है। हिंदी का ण यस सर। हंसना, सोना, रोना, खाना, पिटना, जिसको अगर हम बोले और नोज वाइब्रेट हो तो ये ण है। और ये हिंदी का ड़ है। पढ़ना, चढ़ना, सड़क, गड़गड़ाहट, ये वहां पे यूज होगा। यहाँ पे बोलते हुए नेजल साउंड बिल्कुल भी नहीं, ये नेजल साउंड है। ठीक है जी, नेजल साउंड का मतलब होता है आधा न या आधा म की साउंड आती है यहाँ पे, नोज में बोला जाता है। ओके सर, थैंक यू। नवदीप कौर। वाहिगुरू जी का खालसा वाहिगुरू जी की फतेह ਵੀਰ ਜੀ। वाहिगुरू जी की फतेह। ਇਸ ਵਰਡ ਨੂੰ ਪੰਜਾਬੀ ਵਿੱਚ ਪ੍ਰੋਨਾਂਸ ਕੀ ਕਰਾਂਗੇ ਔਰ ਇਹਦਾ ਮਤਲਬ ਕੀ ਹੈ? किसनो? ਵੀਰ ਜੀ ਮੈਂ ਸਕਰੀਨ ਤੇ ਸ਼ੋ ਕਰ ਰਹੀ ਹਾਂ ਆਪਨੂੰ। स्क्रीन मेरे को नहीं आ रही बेटा, स्क्रीन मेरे को नहीं आएगी। ਤੁਸੀਂ ਚੈਟ ਤੇ ਲਿਖ ਕੇ ਦੱਸ ਸਕਦੇ ਹੋ, ਠੀਕ ਹੈ, ਜਾਂ ਫਿਰ ਤੁਸੀਂ WhatsApp ਤੇ ਪੁੱਛ ਸਕਦੇ ਹੋ। ठीक है वीर जी, थैंक नवलीन कौर एंड तनमीत सिंह। जज साहब, जज साहब आ गए हैं। जज साहब माइक अनम्यूट किया जाए। ਸਰ ਕੀ ਫਤਿਹ। वाहिगुरु जी का खालसा वाहिगुरु जी की फतेह जियो। ਸਰ ਜੱਜ ਨੂੰ ਕਿਵੇਂ ਲਿਖਦੇ ਆ ਪੰਜਾਬੀ ਚ ਵਿੱਚ? जज तो बड़ा इजी है। जज पहले ज दे ऊपर अद्धा आ देगी, जज। ठीक है, ਥੈਂਕ ਯੂ ਸਰ। ओके जी। इकनूर सिंह, इकनूर सिंह। सर द शरीफ कैसे लिखते हैं? की सर द शरीफ कैसे लिखते हैं? दशरीफ, ये केड़ा वर्ड होया?
दशरीफ की ਹੁੰਦਾ बेटा दसोगे? ਮੈਨੂੰ ਪਤਾ ਤੇ ਨਹੀਂ ਹੈ ਤੁਸੀਂ ਕੀ ਬੋਲਿਆ, ਬਟ ਜੋ ਬੋਲਿਆ ਉਹ ਮੈਂ ਲਿਖ ਦਿੱਤਾ ਹੈ, दशरीफ। नेक्स्ट डाउट गोज टू रमनप्रीत कौर। रमनप्रीत कौर। सर वाहिगुरु जी का खालसा वाहिगुरु जी की फतेह। सर ਮੈਨੂੰ ਇਹ ਡਾਊਟ ਹੈ ਕਿ ਪੰਜਾਬੀ ਵਿੱਚ ਆਯੂਸ਼ੀ ਕਿਵੇਂ ਲਿਖਦੇ ਆ? अच्छा आयुषी। ਇਹ ਸਾਰੇ ਡਾਊਟ ਤੁਸੀਂ ਅਗਰ ਕਿਸੇ ਦਾ ਕਲੀਅਰ ਨਹੀਂ ਹੁੰਦਾ ਕਿ ਟਾਈਮ ਲਿਮਿਟ ਹੈ ਸਾਡੇ ਕੋਲ, ਇਸ ਨੰਬਰ ਤੇ ਪੁੱਛ ਸਕਦੇ ਹੋ। ਔਰ ਹੋਮਵਰਕ ਸਾਰਿਆਂ ਨੇ ਨਹੀਂ ਕੀਤਾ ਹੋਏਗਾ ਤੇ ਮੈਂ ਜਵਾਬ ਨਹੀਂ ਦਿਆਂਗਾ ਬਿਲकुल भी। आयुषी आयुषी, ठीक है? हाँ जी। नेक्स्ट चांस गोज टू ज्योति। ज्योति। वाहेगुरु जी का खालसा वाहेगुरु वाहिगुरु जी जी की की फतेह। सर आप आज आपने अभी मेरी जान पहचान ये लिख के ही पंजाबी में दिखाया, लेकिन जो जान है आपने उसमें कुछ तो क्या लिखा वो समझ में नहीं आ रहा था। ये लिखा था ना, जान और पहचान। देखो जैसे हम पंजाबी में हिंदी में लिखते हैं हंसना, हंसना ऐसे लिखा जाता है कुछ। हाँ। रोना कुछ ऐसे लिखा जाता होगा। हाँ। पंजाबी में हंसना नहीं होता, पंजाबी में होता है हंसना। पंजाबी का एक्सेंट है थोड़ा सा, तो उड़ाना आ जाता है। हंसना, रोना, रोना, खाना पीना, उठना, चलना, बैठना, खेडना, सब में ना आएगा। सर यानी ये अभी हमको कैसे पता चले कि ये न आने वाला है? वेरी नाइस क्वेश्चन। जितना ज्यादा हम पंजाबी की अखबार, पंजाबी की किताबें, पंजाबी के ट्रैक, पंजाबी का साहित्य पढ़ते जाएंगे हमें पता चलता जाएगा कि क्या क्या डिफरेंस है हिंदी और पंजाबी की बोलचाल में। बस यही इलाज है और कुछ भी नहीं। तभी मैं कहता हूँ घर पे एक पंजाबी की अखबार लगवा लीजिए, या फिर कोई बुक, चाहे कहानियों से रिलेटेड, कुकरी से रिलेटेड, नॉवल हो, या फिर गुरु ग्रंथ साहिब जी के कोई पार्ट्स हो, पाठ के लिए, या फिर कोई संध्या, ट्रांसलेशन, डिक्शनरी, कुछ भी हो पंजाबी की, जितना आप पढ़ते जाएंगे आपको समझ आती जाएगी। ठीक है जी। वाहिगुरु का खालसा वाहिगुरु जी का खालसा वाहिगुरु जी की। जगविंदर सिंह अपना माइक ऑफ करो। माइक ऑन करके क्यों बैठ गए हो तुसी? पता नहीं चल रहा क्लास डिस्टर्ब हो रही है। वेदिका केवलानी, आई गेस वेदिका का हो चुका है डाउट। वेदिका आपका डाउट हो चुका है? नो सर। हाँ जी पूछ लो। वाहिगुरु जी का खालसा वाहिगुरु जी की फतेह। वाहिगुरु जी की फतेह। वीर जी मैंने ये डाउट है कि आपने तो जैसे पंजाबी में गिनती लिखी जाती है वो तो आपने सिखाई नहीं, पंजाबी की गिनती। कल आप मुझे याद करवा देना, पाठ के साथ गिनती भी करवा लेंगे, ठीक है? थैंक यू सर। वीर जी, हाँ जी। वीर जी मैंने एक बार आप बोर्ड पे वेदिका लिख के बता दो। वेदिका, वेदिका। वाहिगुरु जी का खालसा वाहिगुरु जी का खालसा वाहिगुरु जी। थैंक यू सर। रियांश ननवानी, रियांश ननवानी। वाहिगुरु जी का खालसा वाहिगुरु जी की फतेह। रियांश कैसे लिखते हैं पंजाबी में? मुझे कुछ समझ नहीं आ रहा है। कुछ समझ नहीं आ रहा है? देखो, रियांश, रियांश ऐसे लिखेंगे, रियांश, ठीक है? ठीक है जी। वाहिगुरु जी का खालसा वाहिगुरु जी खालसा वाहिगुरु जी की फतेह। जसनेह कौर, जसनेह कौर। वाहिगुरु जी का खालसा वाहिगुरु जी का खालसा वाहिगुरु जी की फतेह। वीर जी नैया और न्यंगा विच कुछ शब्द दसो सानू। शायद तुसी ये पूछना चाह रहे हो जी। इसमें कहंदे है गंगा। मैं दसिया सी कि ये ग दे नेड़ला अखर है और ये ज दे नेड़ला अखर है। इस तो बन सकता है ज्ञान, ज्ञान। इस तो बन सकता है रंग। ग दे नेड़े ते असीं इसनूं ज्ञान और इसनूं रंग समझांगे बट बोलांगे नहीं। इसमें बोलांगे ज्ञान,
नोज से। ज्ञान, रंग, गुरु साहब ने बहुत बार लिखा है रंग, और इस तो बन सकता है मंज। ए ज दे नेड़े अखर है तो मंज मतलब मैं। और इसी तरह इस तो बन सकता है जंज। जंज की हुंदी है बारात में, जंज कहंदे हैं जंज। ठीक है, इस तरह गुरु साहब ने बड़ी बार लिखा है मंज कुचज्जी अमावन डोसड़े हो क्यों सो रावण हो क्या सो रावण जाओ जी। ये है मंज, मंज मतलब मैं। ठीक है, और ये जंज, जंज मतलब बारात। ਤੇ ਜਿਹੜਾ ਵੀ ਗ ਤੋਂ ਨੇੜਲਾ ਅੱਖਰ ਹੈ ਉਸ ਵਿੱਚ ਅਸੀਂ ਇਹ ਯੂਜ਼ ਕਰ ਲੈਂਦੇ ਆ, ਔਰ ਜ ਤੋਂ ਨੇੜਲਾ ਅੱਖਰ ਹੈ ਉਸ ਵਿੱਚ ਅਸੀਂ ਨੰਨਾ ਯੂਜ਼ ਕਰ ਲੈਂਦੇ ਆ। ਠੀਕ ਹੈ ਜੀ। वीर जी ये तुसी बोल रहे हो कि नन्ना मतलब न्यान करके बोलना है। न्यान नहीं बोलना ना, देखो इसमें किमें बोलना है, पहले बोलो गंगा, 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 नंगा। हाँ बस इस तरह बोलना है। ज्ञान, ज्ञान, हाँ न एग्जैक्टली न्यान नहीं बोलना, ज्ञान सिर्फ डॉट बिंदी के। हाँ जी इदी साउंड पर तुसी हाँ जी पर उस टाइम तुसी बोले थे ना ग दे नेड़ला अखर है ते फिर जे ग ही बोल रहे हैं। अच्छा ज्ञान, ठीक देखो है। ग दे नेड़ला तुसी कह रहे थे, न दी आवाज क्यों आ रही है? क्योंकि ਅਸੀਂ हाँ इसमें जी इसमें पढ़ रहे हैं, पहले गंगा पढ़िया फिर गंगा पढ़िया, ग नाल पढ़ रहे हैं ना। हाँ जी, फिर ग दे नेड़ले, ग दी नेजल साउंड है, इसमें कहते हैं नेजल साउंड। ज्ञान, ग न, ज्ञान। ठीक है जी। ज्ञान, जी जी, धन्यवाद। ओके जी। हाँ जी, नेक्स्ट चांस गोज टू केशव। केशव अनम्यूट कर लो अपने आप को। केशव सर मुझे डाउट है कि जो आपने छोटे ऊती और बड़े ऊती साउंड मुझे क्लियर नहीं हो रही है। साउंड ऊ और ऊ आप खुद ही बोल रहे हो, कोई शब्द बोलो तो मैं क्लियर कर दा। ओथली, ओखली, जदों ओ दी स्टार्टिंग साउंड आ रही है तो ओ खुल जाएगा, ओ, ओखली। ठीक है जी। और सर ये डाउट है, जो आपने ऐप भेजी थी वो ऐप कैसे खोलनी है? ऐप क्या करना है? वो ऐप कैसे खोलनी है? ऊपर ऐप में ना एक वो मैग्नीफाइंग ग्लास बना है, ऐसे ऐसे एक मैग्नीफाइंग ग्लास बना हुआ है, इस पे क्लिक करोगे तो वर्ड डाल ही जाओ। इंग्लिश का कोई वर्ड डालोगे तो पंजाबी में चेंज हो जाएगा, पंजाबी का डालोगे तो इंग्लिश में हो जाएगा। ठीक है जी। यस सर। ठीक है, आ गया समझ? यस सर। नीतू अरोड़ा जी, नीतू अरोड़ा जी। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਤੁਸੀਂ ਜੇ ਜਾਣ ਪਹਿਚਾਣਾ ਵਾਹਿਗੁਰੂ ਜੀ ਨਾਲ ਜਾਣ ਪਹਿਚਾਣਾ ਦਾ ਜਿਹੜਾ ਕੱਲ ਤੁਸੀਂ ਪਰਚਾ ਪਾਇਆ ਹੈ ਤੇ ਇਸ ਦੇ ਵਿੱਚ ਉਹ ਸਰਬ ਸ਼ਕਤੀਮਾਨ ਹੈ ਤੇ ਜਿਹੜਾ ਸਰਬ ਸ਼ਬਦ ਹੈਗਾ ਇਹਨੂੰ ਪੰਜਾਬੀ ਵਿੱਚ ਪ੍ਰੋਨਾਂਸੀਏਸ਼ਨ ਇਹਦਾ ਕੀ ਹੁੰਦਾ? ਸਰਵ, ਸਰਬ ਜਾਂ ਸਰਵ ਕੀ ਹੁੰਦਾ ਹੈ? ਪੰਜਾਬੀ ਵਿੱਚ ਜਿਹੜੇ ਹਿੰਦੀ ਦੇ ਵਰਡ ਵ ਤੋਂ ਖਤਮ ਹੁੰਦੇ ਨੇ ਨਾ, हिंदी ਦੇ ਜਿਹੜੇ ਸ਼ਬਦ ਵ ਤੋਂ ਖਤਮ ਹੁੰਦੇ ਨੇ ਪੰਜਾਬੀ ਬ ਬਣ ਜਾਂਦੇ ਨੇ ਮੋਸਟ ਆਫ ਦਾ ਟਾਈਮ। ਤੇ ਸਰਬ ਅਗਰ ਹੈ ਤਾਂ ਸਰਬ ਪੜਾਂਗੇ, ਸਰਬ। ਜਿਵੇਂ ਅਸੀਂ ਕਹਿੰਦੇ ਪ੍ਰਕਾਸ਼ ਪਰਵ, ਪਰਵ ਕਹਿੰਦੇ ਹਨ ਤੇ ਹਿੰਦੀ ਵਿੱਚ ਪਰਵ ਕਹਿ ਰਹੇ, ਪੰਜਾਬੀ ਵਿੱਚ ਬਣ ਜਾਂਦਾ ਪੁਰਬ, ਬੱਬਾ ਆ ਜਾਂਦਾ। ਠੀਕ ਹੈ ਜੀ ਜੀ। ਇਸ ਤਰ੍ਹਾਂ ਇਹ ਬਣੇਗਾ ਸਰਬ ਸ਼ਕਤੀਮਾਨ, ਸਰਬ, ਸਰਬ ਸ਼ਕਤੀਮਾਨ। ਠੀਕ 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 ਹੈ ਜੀ ਜੀ, ਥੈਂਕ ਯੂ। नेक्स्ट चांस गोज टू लास्ट टू डाउट्स है, उस तो बाद में क्लास छोड़ दूंगा। हरप्रीत रूपचंदानी, हरप्रीत रूपचंदानी। वाहिगुरु जी का खालसा वाहिगुरु जी का खालसा वाहिगुरु जी की फतेह। सर जो कल आपने होमवर्क भेजा था वाहिगुरु जी के ऊपर, तो उसमें जो सेकंड वाला है उसने ही यह सारे करोड़ों जीव वनस्पति, तो उसको हिंदी में वनस्पति बोलते हैं तो पंजाबी में उसको वनस्पति बोलते हैं। हाँ, जस्ट अभी नीतू अरोड़ा जी ने पूछा था ना सरब और सरब में कैसे बोलेंगे, तो व से जो वर्ड खत्म होते हैं या फिर व कई बार ब बन जाते हैं, जैसे न है वो पंजाबी में न बन जाता है, ऐसे व जो है वो ब बन जाता है। ठीक है जी। तो वनस्पति हो गया। ओके, थैंक यू। ओके जी। ਤੁਸੀਂ ਜਿੰਨਾ ਪੜ੍ਹਦੇ ਜਾਓਗੇ ਸਾਰਿਆਂ ਨੂੰ, ਫਿਰ ਤੋਂ ਮੈਂ ਇੱਕ ਵਾਰ ਰਿਕੁਐਸਟ ਕਰ ਰਿਹਾ, जितना हम पढ़ते जाएंगे पंजाबी
उतनी क्लियर होती जाएगी कि इसकी प्रोनाउंसिएशन क्या है। कैंप खत्म होने के बाद भी वाहिगुरु कृपा करें, आप इस नंबर पे अगर मुझे टेक्स्ट करते हैं, कुछ डाउट पूछते हैं, तो मैं पूरी कोशिश करूंगा कि आप तक जवाब पहुंचाया जाए जल्दी से जल्दी। समायरा, समायरा लास्ट डाउट है आज क्लास का। समायरा। सर मेरे को ये पूछना है कि अगर हम सेंटेंस हिंदी में बोलते हैं कि वो बहुत सुंदर है, तो उसे पंजाबी में कैसे बोलेंगे? ओ बहुत सोना है, ओ बहुत सोना है। ठीक है जी। ओ बहुत सोहना है। ठीक है जी। हाँ जी। हाँ जी। सो हुन जिसदे भी डाउट्स ने, मैं उम्मीद करदा कि कैप्टन साहब क्लास विच आ गए होंगे। अवनीत भैन जी तुसीं मैनूं एक बार दस दो हुण बाकियां दे जिन्ने भी डाउट्स ने मैनूं इस नंबर ते 7838945662 ते पुछ सकदा है। नंबर कॉपी डाउन कर सकदे हो। दूसरा, सब्सक्राइब कर लो चैनल जी फॉर ग्रैटिट्यूड, बेल आइकॉन ते जाके ऑल नोटिफिकेशंस प्रेस कर दो, अपडेट्स टाइम टू टाइम मिल जाएंगे। तीसरा, होमवर्क कंप्लीट करना है। जेड़ा लेसन समझ नहीं आ रहा उसकी वीडियो नु बार-बार देखा जाए। फिर भी कोई डाउट आंदा तुसीं नंबर ते पूछ सकते हो। आज जपजी साहब दी पहली 5 पौड़ियां दी पीडीएफ आएगी, वो तुसीं ध्यान नाल पढ़नी है, पढ़न दी कोशिश करनी है। कल असीं देखांगे पाठ किवें करना है और ये भी कोशिश करांगे कि असीं गिनती कर रहे हैं। ठीक है, गिनती कर लीए। मैंने उम्मीद है कि आप सारे नूं समझ आ गई होगी की करना है। ठीक है जी। ठीक है, कैप्टन साहब दा मैंने व्हाट्सएप पे मैसेज आ गया, मैं क्लास विच हां। सर आप जी अपने आप नूं अनम्यूट कर सकते हो? कैप्टन सर आप जी अपने आप नूं अनम्यूट कर सकते हो? मैंने व्हाट्सएप पे हाँ या ना लिख के भेज दोगे ते पता चल जाएगा मैंने। हाँ जी, तुसी हुण अनम्यूट कर पाओगे को-होस्ट। हाँ हो गया जी, अनम्यूट हो गया। को-होस्ट ने वाहिगुरु जी, ठीक है जी। कैप्टन साहब चलो को-होस्ट ने। ठीक है जी, मैं क्लास हुण छोड़ रहा। आप सारे सिक्ख्यार्थियों ਨੂੰ फिर तो बेनती, कल ਅਸੀਂ जपजी साहब ਦੀ 5 ਪੌੜੀਆਂ ਕਰਨੀਆਂ। ਤੁਸੀਂ डाउट्स पूछ सकते हो और होमवर्क जरूर करना। ठीक है जी। ਹੁਣ कैप्टन साहब क्लास ਲੈਣਗੇ, ਸਾਰਿਆਂ ਨੇ ਧਿਆਨ ਨਾਲ ਸੁਣਨੀ ਹੈ, ਬੜੀ ਇਨਫੋਰਮੇਟਿਵ क्लास ਹੋਏਗੀ। कैप्टन साहब ਦੇ ਧੰਨਵਾਦੀ ਹਾਂ ਅਸੀਂ ਕਿ ਉਹ ਆਪਣਾ ਸਮਾਂ ਕੱਢ ਕੇ ਆਏ ਔਰ ਸਾਰਿਆਂ ਨੂੰ ਅੱਜ ਮੈਂ ਵਿਦਾ ਲੈ ਲੈਂਦਾ। ਮੇਰੀ ਕਿਸੇ ਹੋਰ ਕੈਂਪ ਵਿੱਚ ਡਿਊਟੀ ਲੱਗੀ ਹੈ, ਹੁਣੇ ਮੈਂ ਉੱਥੇ ਜਾਣਾ ਹੈ। आओ जी गज वज के फतेह बुलाइए जी। वाहिगुरु जी का खालसा, वाहिगुरु जी की फतेह। हाँ जी सर, तुसी कंटिन्यू कर सकते। हाँ जी ठीक है जी। सारे कैंपस नू वाहिगुरु जी का खालसा, वाहिगुरु जी की फतेह। आवाज आ रही है जी मेरी? हाँ जी कैप्टन साहब आवाज आ रही है। वाहिगुरु। ओके ओके प्यारे विद्यार्थियों, कोई भी लैंग्वेज नू और अगर मास्टरी करनी है ਤੇ ਉਹਦਾ ਜੋ ਪਹਿਲਾ ਸਟੈਪ ਹੈਗਾ ਹੈ ਕਿ ਉਹਦੀ ਜੋ ਤੁਹਾਡੀ ਵੋਕੈਬੂਲਰੀ ਹੈ, ਵਰਡ ਪਾਵਰ ਨੂੰ ਵਧਾਉਣਾ ਚਾਹੀਦਾ ਹੈ। ਅਰਥਾਤ ਜੋ ਸ਼ਬਦਾਂ ਦਾ ਭੰਡਾਰ ਹੈ, ਉਹਦੇ ਸਪੈਲਿੰਗ, ਉਹਦੇ ਮੀਨਿੰਗਸ, ਉਹਦੇ ਕੰਟੈਕਸਟ, ਉਹਨੂੰ ਸਿੱਖਣਾ ਚਾਹੀਦਾ ਹੈ। ਸੋ ਅੱਜ ਅਸੀਂ ਬੱਚੋ ਦੋ ਟੈਕਨੀਕ ਸਿੱਖਾਂਗੇ। ਤੁਸੀਂ ਆਲਰੇਡੀ ਸ਼ਾਇਦ ਇਹਨੂੰ ਜਾਣਦੇ ਹੋਵੋਗੇ, ਸਕੂਲਾਂ 'ਚ ਪੜ੍ਹਿਆ ਹੋਵੇਗਾ। ਇੱਕ ਹੁੰਦਾ ਪ੍ਰੀਫਿਕਸ। ਕਿਸੇ ਵੀ ਸ਼ਬਦ ਦੇ ਮੋਹਰੇ 2 ਜਾਂ 3 4 ਲੈਟਰ ਲੱਗ ਜਾਣ ਤੇ ਇੱਕ ਨਵਾਂ ਵਰਡ ਬਣ ਜਾਏ। ठीक है, ਉਹਨੂੰ ਕਹਿੰਦੇ ਨੇ ਪ੍ਰੀਫਿਕਸ, ਜਿਹਨੂੰ ਪੰਜਾਬੀ 'ਚ ਕਹਿੰਦੇ ਆ ਅਗੇਤਰ, ਜੋ ਅੱਗੇ ਲੱਗਦਾ ਹੈ, ਪਹਿਲੇ ਲੱਗਦਾ ਹੈ, ਅਗੇਤਰ। ਹੁਣ ਮੈਂ ਇੱਕ ਇੱਕ ਐਗਜ਼ਾਮਪਲ ਲਵਾਂਗਾ ਸਾਰਿਆਂ ਦਾ। ਤੇ ਸਫਿਕਸ ਹੁੰਦਾ ਹੈ ਜੋ ਪਿੱਛੇ ਲੱਗੇ। ਠੀਕ ਹੈ, ਸ਼ਬਦ ਦੇ ਪਿੱਛੇ ਲੱਗੇ ਉਹਨੂੰ ਕਹਿੰਦੇ ਆ ਸਫਿਕਸ, ਜਿਹਨੂੰ ਪੰਜਾਬੀ 'ਚ ਕਹਿੰਦੇ ਪਿਛੇਤਰ, ਜੋ ਪਿੱਛੇ ਲੱਗਦਾ ਹੈ। ਸੋ ਸ਼ਬਦ ਗਿਆਨ ਦੇ ਭੰਡਾਰ ਵਿੱਚ ਵਾਧਾ ਕਰਨ ਲਈ ਲਾਹੇਵੰਦ, ਲਾਹੇਵੰਦ ਮਾਨੇ ਪ੍ਰੋਫਿਟੇਬਲ, ਬਹੁਤ ਵਧੀਆ ਰਹਿੰਦਾ ਹੈ। ਸੋ ਬੱਚਿਓ ਇਹ ਟੈਕਨੀਕ ਮੈਂ ਤੁਹਾਨੂੰ ਦੱਸਾਂਗਾ। ਮੰਨ ਲਓ ਤੁਹਾਨੂੰ 10 ਸ਼ਬਦ ਆਉਂਦੇ ਨੇ ਤੇ ਉਹ 10 ਸ਼ਬਦ ਦੇ ਨਾਲ ਅਗਰ ਪ੍ਰੀਫਿਕਸ ਲੱਗ ਜਾਏ, ਅਗੇਤਰ ਲੱਗ ਜਾਏ, ਤੇ ਤੁਹਾਡੇ ਸ਼ਬਦ ਕਿੰਨੇ ਬਣ ਜਾਣਗੇ? 20 ਬਣ ਜਾਣਗੇ। 20 ਵਿਦਆਊਟ ਮਚ ਐਫਰਟ। ਤੁਹਾਨੂੰ ਜ਼ਿਆਦਾ ਪ੍ਰੈਕਟਿਸ ਨਹੀਂ ਕਰਨੀ ਪਏਗੀ। ਸੋ ਬੱਚਿਓ ਇਹ ਟੈਕਨੀਕ ਇੱਕ ਹੈਗੀ ਹੈ, ਇਸ ਤਰ੍ਹਾਂ ਦੀ ਹੋਰ ਵੀ ਬੜੀ ਸਾਰੀ ਟੈਕਨੀਕਸ ਹੁੰਦੀਆਂ ਜੋ ਤੁਹਾਨੂੰ ਫੇਰ ਕਦੀ ਦੱਸਾਂਗੇ। ਅੱਜ ਅਸੀਂ ਦੋ ਗੱਲਾਂ ਕਰਾਂਗੇ, ਅਗੇਤਰ ਤੇ ਪਿਛੇਤਰ। ਤੇ ਮੈਂ ਇੱਕ ਇੱਕ ਉਦਾਹਰਨ ਲਵਾਂਗਾ, ਇੱਕ ਇੱਕ ਅਗੇਤਰ ਦੀ ਤੇ ਇੱਕ ਇੱਕ ਪਿਛੇਤਰ ਦੀ। ਤੇ ਮੈਂ ਕੀ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਇਹ ਜੋ ਐਗਜ਼ਾਮਪਲ ਨੇ, ਉਹਦੇ ਐਗਜ਼ਾਮਪਲ ਮੈਂ ਕਾਫੀ ਸਾਰੇ ਇਕੱਠੇ ਕਰ ਲਏ ਨੇ ਤੁਹਾਡੇ ਲਈ। ਆਓ ਦੇਖੀਏ ਹੁਣ। ਇਹ ਦੇਖੋ, ਤੁਸੀਂ ਹੈਰਾਨ ਹੋ ਜਾਓਗੇ ਕਿ ਤੁਸੀਂ ਅੱਜ ਵਿਦਵਾਨ ਬਣ ਜਾਓਗੇ, ਅੱਧੇ ਵਿਦਵਾਨ ਬਣ ਜਾਓਗੇ। ਇਹ ਦੇਖੋ ਸ਼ਬਦ ਹੈਗਾ ਭਉ। ਭਉ ਮੈਨੇ ਹੁੰਦਾ ਡਰ। ਇਹਦੇ ਮੋਹਰੇ ਲੱਗ ਗਿਆ ਨਿਰ ਤੇ ਬਣ ਗਿਆ ਨਿਰਭਉ, ਅਰਥਾਤ ਡਰ ਤੋਂ ਬਿਨਾ। ਸੋ ਇੱਕ ਸ਼ਬਦ ਸੀ ਭਉ, ਭਉ ਤੋਂ ਤੁਸੀਂ ਸ਼ਬਦ ਸਿੱਖ ਲਿਆ ਨਿਰਭਉ। ਫਿਰ ਹੈਗਾ ਵੈਰ, ਵੈਰ ਮੈਨੇ ਦੁਸ਼ਮਣੀ। ਇਹਦੇ ਮੋਹਰੇ ਅਗੇਤਰ ਲੱਗ ਗਿਆ ਨਿਰ, ਬਣ ਗਿਆ ਨਿਰਵੈਰ, ਅਰਥਾਤ ਦੁਸ਼ਮਣੀ ਤੋਂ ਬਿਨਾ।
वैर तो बिना। फिर ਇਹ देखो बड़ा इंपॉर्टेंट शब्द है अंजन मैंने ਹੁੰਦਾ सुरमा। ਤੇ ਅੰਜਨ ਸੁਰਮਾ ਜਿਹੜਾ ਕਾਲੇ ਰੰਗ ਦਾ ਹੁੰਦਾ ਹੈ ਤੇ ਇਹਦਾ ਮਤਲਬ ਭਾਵ ਅਰਥ ਹੈ ਕਾਲਖ ਅਰਥਾਤ ਮਾਇਆ। ਇਹਦੇ ਅੱਗੇ ਨਿਰ ਲੱਗ ਗਿਆ ਤੇ ਬਣ ਗਿਆ ਨਿਰੰਜਨ। ਨਿਰੰਜਨ माने ਕਾਲਖ ਤੋਂ ਬਿਨਾ अर्थात पवित्र, ऐसा नाम निरंजन होए। ठीक है। गुण माने दा खूबियां, अगे निर लग गया खूबी तो बिना, निर्गुण बन गया। मैं निर्गुण यारे को गुण नाही, कि वाहिगुरु जी मेरे च कोई गुण नहीं हैगा, सो गुण तो बन गया निर्गुण। फिर आ गया निर्जमा आकार, आकार मैंने दा शेप ते वाहिगुरु आकार तो बिना हैगा ते अगे लग गया निर ते बन गया निरंकार। सो निरंकार का मतलब है निर्जमा आकार। फिर आ गया निर्मल, देखो मल मैंने होंगे मैल ते अगे निर लग गया निर्मल अर्थात मैल तो बिना अर्थात पवित्र। बच्चों इतने गलत टाइप हो गया, निर है लल्ला नहीं है। मोह, मोह मैंने अटैचमेंट, सो अगे निर लगा दो, लल्ला गलत टाइप हो गया, निर है निर्मोह अर्थात मोह तो बिना। जेदे जीवन च अटैचमेंट नहीं हैगी, वाहिगुरु भी निर्मोह है, ਜਿਹੜੇ ਗੁਰੂ ਹੈ ਉਹ ਵੀ ਨਿਰਮੋਹ ਹੁੰਦਾ ਹੈ, ਜਿਹੜੇ ਗੁਰਮੁਖ ਨੇ ਉਹ ਵੀ ਨਿਰਮੋਹ ਹੁੰਦੇ ਨੇ। ਇਸੇ ਤਰ੍ਹਾਂ ਨਿਰਲੇਪ, ਲੇਪ ਮੈਨੂੰ ਹੁੰਦਾ ਨਿਸ਼ਾਨ, ਤੇ ਇੱਥੇ ਨਿਸ਼ਾਨ ਦਾ ਕੀ ਮਤਲਬ ਹੈਗਾ? ਮਾਇਆ ਦਾ ਨਿਸ਼ਾਨ, ਵਿਕਾਰਾਂ ਦਾ ਨਿਸ਼ਾਨ, ਬੁਰੇ ਵਿਚਾਰਾਂ ਦਾ ਨਿਸ਼ਾਨ। ਸੋ ਨਿਰਲੇਪ ਦਾ ਮਤਲਬ ਵੀ ਹੈਗਾ ਜੋ ਅਛੋਹ ਹੈ, ਜੋ ਪਵਿੱਤਰ ਹੈ। ਬੱਚੋ ਸਾਰੇ ਨੋਟ ਕਰੀ ਜਾਓ, ਤੁਸੀਂ ਦੇਖੋ ਤੁਹਾਨੂੰ ਕਿੰਨੇ ਸਾਰੇ ਸ਼ਬਦ ਅੱਜ ਤੁਹਾਨੂੰ ਸਿੱਖਣ ਨੂੰ ਮਿਲਣਗੇ, ਇਹ ਸਾਰੇ ਗੁਰਬਾਣੀ ਵਿੱਚ ਆਏ ਨੇ। ਤੇ ਜਦੋਂ ਤੁਸੀਂ ਗੁਰਬਾਣੀ ਵੀ ਪੜ੍ਹੋਗੇ ਤੇ ਤੁਹਾਨੂੰ ਗੁਰਬਾਣੀ ਬੜੇ ਆਰਾਮ ਨਾਲ ਸਮਝ ਆਣੀ ਸ਼ੁਰੂ ਹੋ ਜਾਏਗੀ। ਫਿਰ ਗਿਆ ਮੋਲ, ਮੋਲ ਮੈਨੇ ਕੀ ਹੁੰਦਾ ਬੱਚਿਓ? ਮੋਲ ਮੈਨੇ ਕੀਮਤ, ਪ੍ਰਾਈਸ। ਅੱਗੇ ਲੱਗ ਗਿਆ ਨਿਰਮੋਲ, ਨਿਰ ਲੱਗ ਗਿਆ ਤੇ ਬਣੇ ਨਿਰਮੋਲ, ਜਿਹਦਾ ਕੀਰਤਨ ਨਿਰਮੋਲਕ ਹੀਰਾ। ਨਿਰਮੋਲ ਮੈਨੇ ਜਿਹਦਾ ਮੋਲ ਦੱਸਿਆ ਨਹੀਂ ਜਾ ਸਕਦਾ, ਪ੍ਰਾਈਸਲੈਸ, ਇਨਵੈਲਿਊਏਬਲ, ਉਹਨੂੰ ਕਹਿੰਦੇ ਨਿਰਮੋਲ। ਅੱਗੇ ਦੇਖੀਏ ਹੁਣ, ਫਿਰ ਆ ਗਿਆ ਬੱਚੋ ਨਿਰੰਤਰ, ਹੈਗਾ ਨਿਰਜਮਾ ਅੰਤਰ। ਅੰਤਰ ਦਾ ਮਤਲਬ ਹੁੰਦਾ ਫਰਕ, गैप। सो निरंतर निर्जमा अंतर अर्थात गैप तो बिना। वाहिगुरु सारे ब्रह्मंड विच एक रस व्यापक है, कोई गैप नहीं हैगा। ਅਸੀਂ ਇਹ ਨਹੀਂ ਕਹਿ ਸਕਦੇ ਵਾਹਿਗੁਰੂ ਇੱਥੇ ਹੈਗਾ ਤੇ ਇੱਥੇ ਨਹੀਂ ਹੈਗਾ, ਇੱਥੇ ਜ਼ਿਆਦਾ ਹੈ ਇੱਥੇ ਘੱਟ ਹੈ। ਸੋ ਵਾਹਿਗੁਰੂ ਨਿਰੰਤਰ ਹੈ। ਨਿਰਗੰਧ, ਗੰਧ ਮੈਨੇ ਕੀ ਹੁੰਦਾ ਬੱਚਿਓ? ਸੁਗੰਧੀ, ਖੁਸ਼ਬੂ। ਸੋ ਨਿਰਗੰਧ ਦਾ ਮਤਲਬ ਹੋ ਗਿਆ ਨਿਰਜਮਾ ਗੰਧ ਅਰਥਾਤ ਜਿਹਦੇ ਵਿੱਚ ਗੰਧ ਨਹੀਂ ਹੈਗੀ, ਖੁਸ਼ਬੂ ਨਹੀਂ ਹੈਗੀ। निर्जियो, जियो मैंने जीवन, जिदा मूर्ति, मूर्ति ਨੂੰ ਕਹਿੰਦੇ निर्जियो, मूर्ति ਵਿੱਚ ਕੋਈ ਜੀਵਨ ਨਹੀਂ ਹੈਗਾ। ਜਿਹਦਾ ਭਗਤ ਕਬੀਰ ਜੀ ਦਾ ਸ਼ਬਦ ਆਂਦਾ ਹੈ, निर्जियो पूजे ਸਰਜਿਉ ਕਾਟੇ, ਸਰਜਿਉ ਕਾਟੇ निर्जियो पूजे ਅੰਤ ਕਾਲ ਕੋ ਭਾਰੀ। ਕਈ ਲੋਕ ਕੀ ਕਰਦੇ ਨੇ, ਜੀਂਦੇ ਜੀ ਜਾਨਵਰਾਂ ਦੀ ਬਲੀ ਦਿੰਦੇ ਨੇ, ਉਹਨਾਂ ਨੂੰ ਮਾਰਦੇ ਨੇ ਤੇ ਉਹਨਾਂ ਨੂੰ ਕਿੱਥੇ ਚੜਾਉਂਦੇ ਨੇ? ਮੂਰਤੀਆਂ ਅੱਗੇ ਚੜਾਉਂਦੇ ਨੇ ਜਿਨ੍ਹਾਂ ਵਿੱਚ ਜਾਨ ਨਹੀਂ ਹੁੰਦੀ। ਸੋ ਮੂਰਤੀ ਨੂੰ निर्जियो ਕਵਾਂਗੇ ਜਿਹ ਚ ਨਿਰਜਿੰਦ, ਜਿਹ ਚ ਜਾਨ ਨਹੀਂ ਹੈਗੀ, निर्जियो। फिर दावा, निर्दावा, दावा होता है दावा करना, क्लेम करना कि यह मेरी जायदाद है, यह मेरा हैगा, यह मेरा हैगा, उनको दावा करना। सो निर्दावा, जेडे गुरमुख ने वो निर्दावे होंदे ने, वो दावा नहीं करते। फिर दोख, दोख का मतलब होंदा बच्चों, ਇਹ देखो ਜਿਹੜਾ हिंदी का षटकोण वाला शशा होंदा ना, वो पंजाबी जाके खखा बन जाता है। जिदा हर्ष तो बन जाता है हरख, दोष तो बन जाता है दोख। ठीक है। आभूषण तो बन जाता है आभूखण, विभूषण तो बन जाता है विभूषण, विभूखण। सो दोख का मतलब है कमी, नुक्स, शॉर्ट कमिंग। सो निर्दोख मैंने ਜਿਹਦੇ ਵਿੱਚ कोई दोष नहीं, कोई कमी नहीं। फिर ऐसे बड़ा सौखा है निर्धन, धन मैंने पैसा, निर्धन जिसको को पैसा नहीं है, गरीब। निर्बिखई, निर्जमा बिखई, बिखई मैंने जहर, जहरीला, विकार। निर्बिखई अर्थात जहर तो बिना, अमृतमयी, वधिया। बिगन, बिगन मैंने होंदा रुकावट। निर्विघन, निर्विघन रुकावट तो बिना अर्थात जेडे गुरमुखां दा जीवन हुंदा है वो निर्विघन हुंदा है, गुरमुखां दे जीवन विच कदी कोई रुकावट नहीं आंदी। भार, निर्भार, भार तो बिना, भार केड़ा? विकारां दा, बुरे विचारां दा भार। ਜਿਹੜੇ ਬੰਦੇ ਗੁਰਬਾਣੀ ਪੜ੍ਹਦੇ ਨੇ ਉਹ ਫਿਰ ਨਿਰਭਾਰ ਹੋ ਜਾਂਦੇ ਨੇ, ਹਲਕੇ ਫੁਲਕੇ ਹੋ ਜਾਂਦੇ ਨੇ। ਉਹਨਾਂ ਦੇ ਸਿਰਾਂ ਦੇ ਉੱਤੇ ਕੋਈ ਪਾਪ ਦਾ, ਕੋਈ ਵਿਕਾਰਾਂ ਦਾ, ਕੋਈ ਗਿਲਟ ਦਾ ਭਾਰ ਨਹੀਂ ਰਹਿ ਜਾਂਦਾ। ਨਿਰਭਾਰ। ਇਹ ਸਾਰੇ ਬੱਚਿਓ ਸ਼ਬਦ ਜਿਹੜੇ ਨੇ ਇਹ ਮੈਂ ਤਾਂ ਲੈਣੇ, ਇਹ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਏ ਨੇ। ਸੋ ਜਦੋਂ ਤੁਸੀਂ
ਬਾਣੀ ਪੜੋਗੇ ਵਿਚਾਰੋਗੇ ਤੇ ਤੁਹਾਨੂੰ ਯਾਦ ਆਏਗਾ ਕਿ ਇਹ ਵਾਲੇ ਸ਼ਬਦ ਆਏ ਸੀਗੇ ਤੇ ਫਿਰ ਤੁਹਾਨੂੰ ਰਿਲੇਟ ਕਰਨਾ ਸਮਝਣਾ ਬੜਾ ਆਸਾਨ ਹੋ ਜਾਏਗਾ। ਅੱਗੇ ਦੇਖिए, ਨਿਰਾਫਲ, ਨਿਰਾਫਲ ਨਿਰਜਮਾ ਫਲ ਅਰਥਾਤ ਵਰਥਲੈਸ। ਜਿੱਦਾਂ ਗੁਰਬਾਣੀ ਚ ਆਂਦਾ ਹੈ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ, ਵੀ ਸਿਰਫ ਇੱਕ ਪਰਮਾਤਮਾ ਦਾ ਨਾਮ ਜਪੋ, ਬਾਕੀ ਸਾਰੇ ਜਿਹੜੇ ਕਰਮ ਕਾਂਡ ਨੇ ਉਹ ਬੇਕਾਰ ਨੇ। ਨਿਰਾਫਲ, ਨਿਰਾਫਲ ਮੰਨੇ ਜਿਨ੍ਹਾਂ ਚ ਕੋਈ ਫਲ ਪ੍ਰਾਪਤ ਨਹੀਂ ਹੁੰਦਾ। ਸੋ ਨਿਰਾਫਲ ਦਾ ਮਤਲਬ ਹੈਗਾ ਵਰਥਲੈਸ, ਜਿਹਦੇ ਵਿੱਚੋਂ ਕੋਈ ਆਊਟਪੁੱਟ ਨਾ ਨਿਕਲੇ। ਠੀਕ ਹੈ। ਇੱਕ ਹੋਰ ਸ਼ਬਦ ਨਿਰਾਲੰਬ, ਇਹਦਾ ਮਤਲਬ ਹੈ ਨਿਰਜਮਾ ਆਲੰਬ। ਇਹ ਲਿਖ ਲਓ, ਆਲੰਬ ਦਾ ਸ਼ਾਇਦ ਨਾ ਪਤਾ। ਆਲੰਬ ਦਾ ਮਤਲਬ ਹੁੰਦਾ ਆਸਰਾ, ਤੇ ਨਿਰਾਲੰਬ ਉਹ ਵਾਹਿਗੁਰੂ ਜੋ ਕਿਸੇ ਦੇ ਆਸਰੇ ਨਹੀਂ ਹੈਗਾ, ਆਪਣੇ ਆਪ ਹੈਗਾ। ਸਾਨੂੰ ਸਾਰਿਆਂ ਦਾ, ਸਾਨੂੰ ਕਿਸੇ ਦਾ ਆਸਰਾ ਚਾਹੀਦਾ ਹੈ, ਪਰ ਵਾਹਿਗੁਰੂ ਨੂੰ ਕਿਸੇ ਦਾ ਆਸਰਾ ਨਹੀਂ ਚਾਹੀਦਾ। ਵਾਹਿਗੁਰੂ ਬੇਮੁਹਤਾਜ ਹੈ। ਸੋ ਨਿਰਾਲੰਬ ਗੁਰਬਾਣੀ ਵਿੱਚ ਬੜੀ ਵਾਰ ਆਇਆ। ਤੇ ਨਿਰਾਲੰਬ ਦੇ ਦੂਜੇ ਰੂਪ ਵੀ ਹੈਗੇ ਨੇ, ਨਿਰਾਲਮ ਵੀ ਹੈਗਾ ਤੇ ਨਿਰਾਲਾ ਵੀ ਹੈਗਾ। ਇੱਕ ਹੈਗਾ ਨਿਰਾਹਾਰ। ਹੁਣ ਦੇਖੋ ਇਹ ਵੀ ਨਿਰਾਹਾਰ, ਨਿਰਜਮਾ ਆਹਾਰ। ਆਹਾਰ ਮੈਨੇ ਕਹਿੰਦੇ ਭੋਜਨ। ਵਾਹਿਗੁਰੂ ਨਿਰਾਹਾਰ ਹੈ। ਕਈ ਲੋਕੀ ਰੱਬ ਨੂੰ, ਦੇਵੀ ਦੇਵਤਿਆਂ ਨੂੰ ਭੋਗ ਲਗਾਉਂਦੇ ਨੇ, ਪਰ ਮੂਰਤੀ ਥੋੜੀ ਕੁਝ ਖਾਂਦੀ ਹੈ। ਸੋ ਇਹ ਗੱਲ ਯਾਦ ਰੱਖਣੀ ਹੈ ਬੱਚਿਓ, ਸਾਡਾ ਸਿਧਾਂਤ ਹੈ ਨਿਰਾਹਾਰ ਨਿਰਵੈਰ ਸੁਖਦਾਈ। ਪਰਮਾਤਮਾ ਨਿਰਾਹਾਰ ਹੈ, ਨਿਰਵੈਰ ਹੈ, ਸੁਖਦਾਈ ਹੈ। ਸਾਨੂੰ ਭੋਜਨ ਦੀ ਲੋੜ ਹੈ, ਪਰ ਪਰਮਾਤਮਾ ਨੂੰ ਕਿਸੇ ਭੋਜਨ ਦੀ ਲੋੜ ਨਹੀਂ। ਪਰਮਾਤਮਾ ਨਿਰਾਹਾਰ ਹੈ, ਨਿਰਜਮਾ ਆਹਾਰ। ਆਹਾਰ ਬਣਦੇ ਭੋਜਨ। ਸੋ ਬੱਚਿਓ ਦੇਖੋ ਕਿੰਨੇ ਸਾਰੇ ਸ਼ਬਦ ਅਸੀਂ ਸਿੱਖ ਲਏ। ਅਸੀਂ ਇਹ ਵਾਲੇ ਮੂਲ ਸ਼ਬਦ ਵੀ ਸਿੱਖੇ ਤੇ ਨਾਲ ਨਿਰ ਲਗਾ ਕੇ ਸਾਡੀ ਵੋਕੈਬਲਰੀ ਡਬਲ ਹੋ ਗਈ। ਇਹ ਸੀਗੇ ਐਗਜ਼ਾਮਪਲ ਪਿਆਰੇ ਵਿਦਿਆਰਥੀਓ, ਪਿਆਰੇ ਬੱਚਿਓ, ਅਗੇਤਰ ਦੇ, ਪ੍ਰੀਫਿਕਸ ਦੇ। ਹੁਣ ਮੈਂ ਤੁਹਾਨੂੰ ਇੱਕ ਸੈੱਟ ਹੋਰ ਦਵਾਂਗਾ, ਉਹ ਹੈ ਪਿਛੇਤਰ ਦਾ। ਉਹ ਪਿਛੇਤਰ ਹੈਗਾ ਵੰਤ। ਇਹ ਯਾਦ ਰੱਖਣਾ ਬੱਚੋ, ਜਿੱਥੇ ਵੰਤ ਲੱਗ ਜਾਏ ਅਖੀਰ ਵਿੱਚ, ਵੰਤ ਦਾ ਮਤਲਬ ਹੁੰਦਾ ਵਾਲਾ ਜਾਂ ਵਾਲੀ। ਤੁਸੀਂ ਹੈਰਾਨ ਹੋਵੋਗੇ, ਜਿਹੜੇ ਤੁਹਾਡੇ ਚ ਸੁਖਮਨੀ ਸਾਹਿਬ ਪੜ੍ਹਦੇ ਨੇ ਉਹਨਾਂ ਨੂੰ ਇਹ ਚ ਬੜੇ ਸਾਰੇ ਸ਼ਬਦ ਮਿਲਣਗੇ ਤੇ ਤੁਸੀਂ ਹੈਰਾਨ ਹੋ ਜਾਓਗੇ। ਤੁਹਾਡੀ ਵੋਕੈਬਲਰੀ ਅੱਜ ਇੰਨੀ ਰਿਚ ਹੋ ਜਾਏਗੀ। ਤੇ ਬੱਚਿਓ ਤੁਸੀਂ ਜੇ ਕਿਤੇ ਨੋਟ ਕਰ ਲਵੋ, ਯਾਦ ਕਰ ਲਵੋ ਤੇ ਕਿਸੇ ਨੂੰ ਸੁਣਾਓਗੇ ਨਾ, ਤੇ ਉਹ ਲੋਕ ਪਤਾ ਕੀ ਕਹਿਣਗੇ, ਤੁਸੀਂ ਬਹੁਤ ਵੱਡੇ ਵਿਦਵਾਨ ਹੈਗੇ ਹੋ। ਅਰਥਾਤ ਪੜ੍ਹਾਈ ਕਰਨੀ, ਗਿਆਨ ਨੂੰ ਵਧਾਉਣਾ, ਇਹ ਬੜਾ ਸੌਖਾ ਕੰਮ ਹੈ ਜੇ ਤੁਸੀਂ ਉਹਨੂੰ ਤਰਤੀਬ ਦੇ ਨਾਲ ਕਰੋ, ਵਿਉਂਤਬੰਦੀ ਨਾਲ ਕਰੋ, ਸਿਸਟੇਮੈਟਿਕ ਢੰਗ ਦੇ ਨਾਲ ਕਰੋ, ਮਿਹਨਤ ਦੇ ਨਾਲ ਕਰੋ। ਇਹ ਦੇਖੋ, ਗੁਣਵੰਤ, ਗੁਣ ਜਮਾਵੰਤ ਅਰਥਾਤ ਗੁਣ ਵਾਲਾ, ਗੁਣਵਾਨ। ਜਿਹਦੇ ਵਿੱਚ ਗੁਣ ਹੋਣ ਉਹਨੂੰ ਕਹਿੰਦੇ ਨੇ ਗੁਣਵੰਤ। ਔਗਣਵੰਤ, ਔਗਣਾ ਵਾਲਾ, ਜਿਹ ਚ ਔਗਣ ਹੋਣ, ਬੁਰਾਈਆਂ ਹੋਣ, ਉਹਨੂੰ ਕਹਿੰਦੇ ਔਗਣਵੰਤ। ਧਨਵੰਤ, ਧਨ ਵਾਲਾ, ਜਿਹਦੇ ਕੋਲ ਧਨ ਹੈਗਾ, ਧਨਵਾਨ। ਕੁਲਵੰਤ, ਜਿਹੜਾ ਉੱਚੇ ਖਾਨਦਾਨ ਚ ਪੈਦਾ ਹੋਇਆ ਹੈ। ਹੁਣ ਆਂਦਾ ਨਾ ਗੁਰਬਾਣੀ ਚ, ਸੁਖਮਨੀ ਸਾਹਿਬ ਜਾਂਦਾ ਹੈ, ਉਹ ਧਨਵੰਤ, ਕੁਲਵੰਤ, ਪਤਵੰਤ, ਜੀਵਨ ਮੁਕਤ, ਜਿਸ ਹਿਰਦੈ ਭਗਵੰਤ। ਆਂਦਾ ਨਾ, ਕੁਲਵੰਤ ਮੈਨੇ ਉੱਚੇ ਖਾਨਦਾਨ ਵਾਲਾ, ਪਤਵੰਤ, ਪਤ ਮੈਨੇ ਹੁੰਦੇ ਇੱਜ਼ਤ, ਲਿਖੀ ਜਾਓ, ਪਤ ਮੈਨੇ ਹੁੰਦਾ ਇੱਜ਼ਤ ਤੇ ਇੱਜ਼ਤ ਵਾਲਾ, ਉਹਨੂੰ ਕਹਿੰਦੇ ਨੇ ਪਤਵੰਤ, ਇੱਜ਼ਤ ਵਾਲਾ। ਸੀਲਵੰਤ, ਸੀਲ ਜਿਹੜਾ ਮਿੱਠਾ ਬੋਲਦਾ ਹੈ, ਜਿਹਦਾ ਸੁਭਾਅ ਬੜਾ ਚੰਗਾ ਹੈ, ਸੀਲਵੰਤ। ਸੀਲ ਜਮਾਵੰਤ ਅਰਥਾਤ ਮਿੱਠੇ ਸੁਭਾਅ ਵਾਲਾ, ਗੁੱਡ ਨੇਚਰਡ ਪਰਸਨ। ਰੂਪਵੰਤ ਅਰਥਾਤ ਰੂਪਵਾਨ, ਜਿਹੜਾ ਬੜਾ ਸੋਹਣਾ ਸੁਨੱਖਾ ਹੈ, ਉਹਨੂੰ ਕਹਿੰਦੇ ਰੂਪਵੰਤ। ਬਲਵੰਤ, ਇਹ ਦੇਖੋ ਨਾਂ ਵੀ ਹੁੰਦਾ ਕੀ ਬੰਦਿਆਂ ਦਾ, ਬਲਵੰਤ ਸਿੰਘ। ਬਲ ਹੁੰਦਾ ਬਲਵਾਨ, ਬਲਵੰਤ ਮੈਨੇ ਬਲਵਾਨ, ਤਾਕਤ ਵਾਲਾ, ਵੈਰੀ ਸਟਰੋਂਗ। ਬਲ ਮੈਨੇ ਤਾਕਤ, ਬਲਵੰਤ ਮੈਨੇ ਬਲ ਵਾਲਾ। ਫਿਰ ਆਚਾਰਵੰਤ, ਆਚਾਰ ਹੁੰਦਾ ਬੱਚਿਓ ਉੱਚਾ ਆਚਰਣ, ਗੁੱਡ ਕਰੈਕਟਰ। ਸੋ ਆਚਾਰਵੰਤ ਮੈਨੇ ਉੱਚੇ ਕਰੈਕਟਰ ਵਾਲਾ, ਆਚਾਰ ਵਾਲਾ, ਆਚਾਰ ਜਮਾਵੰਤ। ਇਹ ਸਾਰੇ ਸ਼ਬਦ ਗੁਰਬਾਣੀ ਚ ਆਏ ਨੇ। ਸੋਭਾਵੰਤ, ਸੋਭਾ ਵਾਲਾ, ਰਿਪੂਟੇਸ਼ਨ ਜਿਹੜੀ ਬੜੀ ਵਧੀਆ ਹੈ, ਜਿਹੜਾ ਬੜਾ ਚੰਗਾ ਨਾਮ ਹੈਗਾ, ਬੜਾ ਮਸ਼ਹੂਰ ਹੈਗਾ, ਉਹਦੀ ਬੜੀ ਵਾਹਵਾ ਹੁੰਦੀ ਹੈ, ਉਹਨੂੰ ਕਹਿੰਦੇ ਸੋਭਾਵੰਤ। ਫਿਰ ਬੱਚੋ ਤ੍ਰਿਖਾਵੰਤ, ਤ੍ਰਿਖਾ ਕੀ ਹੁੰਦੀ, ਤ੍ਰਿਖਾ ਹੁੰਦੀ ਪਿਆਸ, ਤ੍ਰਿਸ਼ਨਾ, ਜਿਹਨੂੰ ਪਦਾਰਥਾਂ ਦੀ ਪਿਆਸ ਹੋਵੇ, ਲਾਲਚ ਹੋਵੇ, ਉਹਨੂੰ ਕਹਿੰਦੇ ਤ੍ਰਿਖਾਵੰਤ। ਫਿਰ ਹੁੰਦਾ ਭਾਗਵੰਤ, ਭਾਗਵੰਤ, ਭਾਗਾਂ ਵਾਲਾ, ਚੰਗੀ ਕਿਸਮਤ ਵਾਲਾ, ਉਹਨੂੰ ਕਹਿੰਦੇ ਭਾਗਵੰਤ। ਤੇ ਇਹਦਾ ਇੱਕ ਹੋਰ ਅਰਥ ਵੀ ਹੈ, ਭਾਗਵੰਤ ਨੂੰ ਭਗਵਾਨ ਵੀ ਕਹਿ ਦਿੰਦੇ ਆ। ਠੀਕ ਹੈ। ਕਰਮਵੰਤ, ਕਰਮਵੰਤ ਚੰਗੇ ਕਰਮਾਂ ਵਾਲਾ, ਜਿਹਨੇ ਬੜੇ ਸ਼ੁਭ ਕਰਮ ਕੀਤੇ ਨੇ, ਉਹ ਕਹਿੰਦੇ ਮੇਰੇ ਬੜੇ ਮਾੜੇ ਕਰਮ ਨੇ, ਮੇਰੇ ਬੜੇ ਚੰਗੇ ਕਰਮ ਨੇ, ਉਹਨੂੰ ਕਹਿੰਦੇ ਨੇ ਕਰਮਵੰਤ। ਫਿਰ ਜੋਬਨਵੰਤ, ਜੋਬਨ ਕੀ ਹੁੰਦਾ ਜਵਾਨੀ, ਜੋਬਨਵੰਤ ਮੈਨੇ ਭਰਜਵਾਨ, ਬੰਦਾ ਜਿਹੜਾ ਯੂਥ ਵਿੱਚ ਹੋਵੇ, ਬੜਾ ਸੋਹਣਾ ਸੁਨੱਖਾ ਹੋਵੇ, ਤਾਕਤ ਵਾਲਾ ਹੋਵੇ, ਉਹਨੂੰ ਕਹਿੰਦੇ ਜੋਬਨਵੰਤ, ਜਵਾਨੀ ਨਾਲ ਭਰਪੂਰ। ਹੁਣ ਇਹ ਸ਼ਬਦ ਜਿਹੜਾ ਖੁਦਿਆਵੰਤ, ਖੁਦਿਆ ਕੀ ਹੁੰਦਾ ਬੱਚੇ ਭੁੱਖ, ਜਿਹਦਾ ਤ੍ਰਿਖਾ ਮੈਨੇ ਪਿਆਸ ਹੁੰਦੀ ਹੈ,
ਤੇ ਖੁਦਿਆ ਮਨੇ ਹੁੰਦੀ ਭੁੱਖ, ਤੇ ਖੁਦਿਆਵੰਤ ਭੁੱਖ ਵਾਲਾ ਅਰਥਾਤ ਭੁੱਖਾ, ਇਹਦਾ ਮਤਲਬ ਭੁੱਖਾ, ਜਿਹਨੂੰ ਹਰ ਵੇਲੇ ਲਾਲਚ ਰਹਿੰਦਾ ਹੈ, ਖਾਣ ਪੀਣ ਦਾ ਜਾਂ ਪਦਾਰਥਾਂ ਦਾ ਲਾਲਚ ਰਹਿੰਦਾ ਹੈ ਕਿ ਮੈਨੂੰ ਇਹ ਵੀ ਮਿਲ ਜਾਏ, ਇਹ ਵੀ ਮਿਲ ਜਾਏ, ਉਹਨੂੰ ਗੁਰਬਾਣੀ 'ਚ ਕਿਹਾ ਗਿਆ ਖੁਦਿਆਵੰਤ। ਫਿਰ ਗਿਆਨਵੰਤ, ਗਿਆਨ ਵਾਲਾ, ਜਿਹੜਾ ਬੰਦਾ ਬੜਾ ਗਿਆਨਵਾਨ ਹੋਵੇ ਉਹਨੂੰ ਅਸੀਂ ਕਹਿੰਦੇ ਗਿਆਨਵੰਤ ਜਾਂ ਗਿਆਨਵਾਨ ਜਾਂ ਗਿਆਨੀ। ਸਤਵੰਤ, ਉੱਚੇ ਆਚਰਣ ਵਾਲਾ, ਦਾਨੀ ਸੁਭਾਅ ਵਾਲਾ, ਪਰਉਪਕਾਰੀ ਹੋਵੇ ਉਹਨੂੰ ਕਹਿੰਦੇ ਸਤਵੰਤ, ਸਤ ਜਮਾ ਵੰਤ। ਸੁਖਵੰਤ, ਸੁਖ ਵਾਲਾ, ਜਿਹੜਾ ਬੜਾ ਸੁਖੀ ਹੈਗਾ ਉਹਨੂੰ ਕਹਿੰਦੇ ਸੁਖਵੰਤ। ਮੈਂ ਫਿਰ ਕਹਿ ਰਿਹਾ ਸਾਰੇ ਸ਼ਬਦ ਬੱਚੇ ਗੁਰਬਾਣੀ ਚ ਆਏ ਨੇ। ਸਿੱਖਵੰਤ, ਸਿੱਖਵੰਤ ਸਿੱਖਿਆ ਅਰਥਾਤ ਸਿੱਖਿਆ ਲੈਣ ਵਾਲਾ। ਹੁਣ ਤੁਸੀਂ ਸਾਰੇ ਸਿੱਖਵੰਤ ਹੈਗੇ ਹੋ, ਇਸ ਵੇਲੇ ਤੁਸੀਂ ਸਿੱਖਿਆ ਲੈ ਰਹੇ ਹੋ, ਪੜ੍ਹਾਈ ਕਰਦੇ ਪਏ ਹੋ, ਸੋ ਸਿੱਖਿਆ ਲੈਣ ਵਾਲਾ ਹੁੰਦਾ ਹੈ ਸਿੱਖਵੰਤ ਸਟੂਡੈਂਟ। ਕਾਮਵੰਤ, ਕਾਮ ਵਾਸ਼ਨਾ ਵਾਲਾ, ਕਾਮਵੰਤ। ਦਰਬ, ਦਰਬ ਮੈਨੇ ਹੁੰਦਾ ਖਜ਼ਾਨਾ, ਜਿਹਦੇ ਕੋਲ ਬਹੁਤ ਜ਼ਿਆਦਾ ਪੈਸਾ ਹੋਵੇ ਉਹਨੂੰ ਕਹਿੰਦੇ ਦਰਬਵੰਤ, ਦਰਬ ਮੈਨੇ ਹੁੰਦਾ ਖਜ਼ਾਨਾ। ਮਿਲਖਵੰਤ, ਮਿਲਖ ਹੁੰਦੇ ਬੱਚੇ ਮਲਕੀਅਤ, ਜ਼ਮੀਨ ਜਾਇਦਾਦ, ਜ਼ਮੀਨ ਜਾਇਦਾਦ ਵਾਲਾ, ਉਹਨੂੰ ਕਹਿੰਦੇ ਨੇ ਮਿਲਖਵੰਤ। ਮੈਂ ਫਿਰ ਕਹਿ ਰਿਹਾ ਬੱਚੇ ਸਾਰੇ ਸ਼ਬਦ ਗੁਰੂ ਗ੍ਰੰਥ ਸਾਹਿਬ ਚ ਆਏ ਨੇ। ਤੇ ਦੇਖੋ ਇੱਕ ਛੋਟੀ ਕਲਾਸ ਵਿੱਚ ਤੁਹਾਡਾ ਜਿਹੜਾ ਗੁਰਬਾਣੀ ਹੈ, ਜਿਹੜਾ ਵੋਕੈਬਲਰੀ ਕਿੰਨੀ ਰਿਚ ਹੋ ਜਾਏਗੀ, ਤੁਹਾਡਾ ਕੌਨਫੀਡੈਂਸ ਕਿੰਨਾ ਵੱਧ ਜਾਏਗਾ ਔਰ ਤੁਹਾਨੂੰ ਕਿੰਨਾ ਚੰਗਾ ਲੱਗੇਗਾ। ਤੁਸੀਂ ਸਾਰੇ ਨੋਟ ਕਰੀ ਜਾਓ ਤੇ ਫਿਰ ਬਾਅਦ ਚ ਉਹਨਾਂ ਨੂੰ ਤੁਸੀਂ ਬਾਰ-ਬਾਰ ਪੜ੍ਹੋ ਤੇ ਤੁਹਾਡੇ ਦਿਮਾਗ 'ਚ ਪੱਕਾ ਬੈਠ ਜਾਣਗੇ। ਔਰ ਤੁਹਾਨੂੰ ਵੀ ਪਤਾ ਲੱਗੇ ਜਿੱਥੇ ਵੰਤ ਆ ਰਿਹਾ ਅਖੀਰ ਵਿੱਚ ਇਹਦਾ ਮਤਲਬ ਵਾਲਾ, ਬਸ ਇਹ ਯਾਦ ਰੱਖਣਾ ਹੈ। ਭੂਮਵੰਤ, ਭੂਮ ਮੈਨੇ ਕੀ ਹੁੰਦਾ ਜ਼ਮੀਨ, ਭੂਮਵੰਤ ਜ਼ਮੀਨ ਵਾਲਾ, ਜੋ ਜ਼ਮੀਨ ਦਾ ਮਾਲਿਕ ਹੈਗਾ ਜ਼ਿਮੀਦਾਰ, ਉਹਨੂੰ ਭੂਮਵੰਤ ਕਹਿ ਦਿੰਦੇ ਆ। ਆਸਾਵੰਤ, ਜੋ ਆਸ ਲਾ ਕੇ ਬੈਠਾ ਹੈ, ਜਿਹਨੇ ਆਸ ਰੱਖੀ ਹੋਈ ਹੈ, ਹੋਪਫੁਲ, ਉਹਨੂੰ ਕਹਿ ਦਿੰਦੇ ਆ ਆਸਾਵੰਤ ਜਾਂ ਆਸਵੰਤ। ਮਤਵੰਤ, ਮਤ ਹੁੰਦਾ ਬੱਚੋ ਨਸ਼ਾ, ਮਸਤ, ਮਸਤ ਹੋਇਆ ਹੋਇਆ, ਜਿਹੜਾ ਬੰਦਾ ਮਾਇਆ ਦੇ ਨਸ਼ੇ ਵਿੱਚ ਮਸਤ ਹੈ ਜਾਂ ਨਾਮ ਦੇ ਨਸ਼ੇ ਵਿੱਚ ਮਸਤ ਹੈ, ਕਿਸੇ ਵੀ ਗੱਲ ਵਿੱਚ ਮਸਤ ਹੈ, ਉਹਨੂੰ ਕਹਿੰਦੇ ਆ ਮਤਵੰਤ। ਮਤਵੰਤ ਮਨੇ ਮਸਤੀ ਵਾਲਾ, ਮਸਤ ਹੋਇਆ ਪਿਆ, ਆਪਣੀ ਧੁਨ ਵਿੱਚ ਹੈਗਾ। ਸ਼ੁਭਵੰਤ, ਸ਼ੁਭਵੰਤ ਮਨੇ ਚੰਗੇ ਗੁਣ ਦਾ ਸੋਮਾ, ਇਹਨੂੰ ਅਸੀਂ ਗੁਰਬਾਣੀ ਚ ਕਰਕੇ ਆਏ ਸ਼ੁਭਵੰਤੀ, ਜਿੱਥੋਂ ਦੀ ਕੋਈ ਚੰਗੀ ਖੂਬੀਆਂ ਮਿਲਦੀਆਂ ਹੋਣ। ਤੇ ਗੁਰਬਾਣੀ ਵਿੱਚ ਸ਼ੁਭਵੰਤ ਕੌਣ ਹੈ? ਸਤ ਸੰਗਤ, ਸਤ ਸੰਗਤ ਵਿੱਚ ਚੰਗੀਆਂ ਗੱਲਾਂ ਸੁਣਨ ਨੂੰ ਸਿੱਖਣ ਨੂੰ ਮਿਲਦੀਆਂ ਹੈ। तो साढ़े सारियां ਲਈ जो संगत हैगी है वो शुभवंत हैगी है, शुभवंत, जिथों शुभ गुण सीखण नूं मिलदे ने। हरखवंत, देखो हर्ष आ गया, दसे ना छटकाउण वाला शशा पंजाबी जाके खखा हो जाता है, सो है हर्ष बने खुशी, ते बन जाता हरख बने खुशी। हरखवंत खुश या खुशी दा मालक, जिहड़ा बंदा बड़ा खुश होवे। अकाल पुरख नूं भी आनंदमई किया गया है ना, खुशी दा मालक क्या है, अकाल पुरख लई भी शब्द वरत्या गया है हरखवंत। ਜਿਹੜੇ ਗੁਰਸਿੱਖ ਹੁੰਦੇ ਨੇ, ਗੁਰਮੁਖ ਹੁੰਦੇ ਨੇ, ਉਹ ਵੀ ਹਰਖਵੰਤ ਹੁੰਦੇ ਨੇ, ਉਹ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦੇ ਨੇ, ਖੁਸ਼ ਰਹਿੰਦੇ ਨੇ, ਹਰਖਵੰਤ। आओ और देखिए आखिरी आ गया हणवंत, बड़ा कमाल का शब्द है बच्चा, तुसीं सुनिया नहीं होना कदी। हणवंत, हण का मतलब होता है लंबी ठोडी वाला, अर्थात हनुमान। गुरबाणी में दो बार शब्द आया वाला, एक बार हणवंत करके आया तो एक बार है हणवंतर। सो हनुमान जिहड़ा शब्द निकलिया है वो असली शब्द है हणवंत। क्योंकि जो कहानी बनी हुई है कि हनुमान नूं चले वज्र मारिया डिग्या तो ठोडी दे भार डिग्या तो ठोडी लंबी हो गई। सो हण मैंने होंदा है लंबी ठोडी, हणवंत मैंने लंबी ठोडी वाला। सो हणवंत का मतलब है हनुमान, ठीक है। आलावंत, आला मैंने होंदा घर, वड्डा घर। सो उच्चे घर जात वाला, ए भगत नामदेव जी ने शब्द बोलिया आलावंती, ठीक है। आलावंती मैंने उच्चे घर च रहने वाले, उच्ची जात वाले। सो फिर आगे कीरतवंत, कीरत कीर्ति वाला, बड़ा मशहूर, जिहदी बड़ी शोभा होंदी है, यहाँ जो कीर्ति करता है, परमात्मा का कीर्तन करता है, उनको कहते कीरतवंत। सो प्यारे विद्यार्थियों, प्यारे बच्चों, यह संखेप जी क्लास में अज तुहाडे लई सवेर तो शाम तक दोपहर तक तैयार की, करीब 2 घंटे ला के। सारे गुरु ग्रंथ साहिब विचों मैं शब्द सर्च किए, निर दा अगेतर वाले ते वंत दे पिछेतर वाले। यह तुहानूं एक रस्ता दिखाने का तरीका सीगा भी किस तरह तुसीं अपनी वोकैबलरी और शब्दां दा भंडार जिहड़ा है उन्होंने इनलार्ज कर सकते हो, वड्डा कर सकते हो। तो इस टेक्निक राही तुहाडा कॉन्फिडेंस बड़ा वधेगा। तो अगर किसी के मन च विचार ने कि गुरबाणी पढ़नी औखी है, समझनी औखी है, तो इधरों दी यह वहम भी लोगों का टुट गया होएगा कि जे थोड़ी जी मेहनत करिए,
ਥੋੜਾ ਜਿਹਾ ਪੈਟਰਨ ਲੱਭਣ ਦੀ ਕੋਸ਼ਿਸ਼ ਕਰੀਏ ਤੇ ਅਸੀਂ ਸਿਰਫ ਗੁਰਬਾਣੀ ਨਹੀਂ, ਕੋਈ ਵੀ ਪੜ੍ਹਾਈ ਅਸੀਂ ਬੜੇ ਢੰਗ ਦੇ ਨਾਲ, ਬੜੇ ਵਧੀਆ ਤਰੀਕੇ ਨਾਲ ਅਸੀਂ ਕਰ ਸਕਦੇ ਹਾਂ। ਸੋ ਮੇਰੀ ਕਲਾਸ ਦੀ ਇੱਥੇ ਸਮਾਪਤੀ ਹੈ। ਹੁਣ ਬਾਕੀ ਜੇ ਕੋਈ ਸਮਾਂ ਬਚਿਆ ਥੋੜੇ 2-3 ਮਿੰਟ ਦਾ, ਤੇ ਮੈਂ ਵਿਦਿਆਰਥੀ ਨੂੰ ਕਹਾਂਗਾ ਕਿ ਉਹ ਕੋਈ ਨਾ ਕੋਈ ਮੇਰੇ ਕੋਲੋਂ ਸਵਾਲ ਪੁੱਛ ਸਕਦੇ ਨੇ। ਸੋ ਜਿਹੜੇ ਹੋਸਟ ਹੈਗੇ ਨੇ, ਮੈਂ ਉਹਨਾਂ ਨੂੰ ਕਹਾਂਗਾ ਕਿ ਜਿਹੜਾ ਬੱਚਾ ਸਵਾਲ ਪੁੱਛਣਾ ਚਾਹੁੰਦਾ ਹੈ ਉਹਨੂੰ ਅਨਮਿਊਟ ਕਰ ਦੇਣ ਤੇ ਉਹਨੂੰ ਸਵਾਲ ਪੁੱਛਣ ਦਾ ਮੌਕਾ ਦੇਣ। ਸੋ ਮੇਰੇ ਵੱਲੋਂ ਕਲਾਸ ਦੀ ਸਮਾਪਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬੀਬੀ ਅਵਨੀਤ ਕੌਰ ਜੀ ਨੂੰ ਕਹਾਂਗਾ ਜੇ ਉਹ ਮੈਨੂੰ ਸੁਣ ਰਹੇ ਹੋਣ ਜਾਂ ਕੋਈ ਗਗਨਦੀਪ ਸਿੰਘ ਜੀ ਹੋਣ ਸੁਣ ਰਹੇ ਹੋਣ ਤੇ ਉਹ ਦੱਸਣ ਮੈਨੂੰ ਕੀ ਕਰਨਾ ਜੀ, ਅਗਲਾ ਕੀ ਪ੍ਰੋਗਰਾਮ ਹੈ। ਹੈਲੋ ਜੀ, ਕੋਈ ਹੈਗਾ ਜੀ? ਕੋਈ ਬੱਚਾ ਕੋਈ ਸਵਾਲ ਪੁੱਛਣਾ ਚਾਹੁੰਦਾ ਮੇਰੇ ਕੋਲੋਂ? ਮੈਨੂੰ ਤਾਂ ਪਤਾ ਨਹੀਂ ਕਿੱਦਾਂ ਕਰੀਦਾ ਇਸ ਵਕਤ। ਹੈਲੋ, ਕੋਈ ਸਾਰੇ ਕਿੱਥੇ ਚਲੇ ਗਏ? ਕੈਂਪ ਦਾ ਇੰਚਾਰਜ ਕੋਈ ਹੈਗਾ ਜੀ ਲਾਗੇ ਛਾਗੇ? ਹਾਂਜੀ ਕੈਪਟਨ ਸਾਹਿਬ ਅਸੀਂ ਹੈਗੇ ਆ। ਅੱਛਾ, ਹਾਂ ਠੀਕ ਹੈ ਜੀ, ਠੀਕ ਹੈ ਜੀ। ਮੈਂ ਕਿਹਾ ਜੇ ਪੁੱਛ ਲਓ ਕਿਸੇ ਅਗਰ ਸਟੂਡੈਂਟ ਨੇ ਕੋਈ ਸਵਾਲ ਪੁੱਛਣਾ ਤੇ ਮੇਰੇ ਕੋਲ ਪੁੱਛ ਲੈਣ। ਹਾਂਜੀ ਇਹ ਜੋ ਸਵਾਲ ਪੁੱਛਣਾ ਚਾਹੁੰਦਾ ਹੈ ਵਾਹਿਗੁਰੂ ਜੀ ਪਲੀਜ਼ ਅਨਮਿਊਟ ਹੋ ਕੇ ਸਵਾਲ ਪੁੱਛ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਦਰਵੰਦ ਦਾ ਕੀ ਮਤਲਬ ਕੀ ਹੁੰਦਾ ਹੈ? ਦਰਵੰਦ ਦਾ ਕੀ ਮਤਲਬ ਹੁੰਦਾ ਹੈ? ਕਿਹਦਾ ਮਤਲਬ? ਹੈਲੋ, ਦਰਵੰਦ ਦਾ ਮਤਲਬ ਗੁਣਵੰਤ ਮਨੇ ਗੁਣਵਾਨ, ਗੁਣਾ ਵਾਲਾ, ਜਿਹਦੇ ਵਿੱਚ ਗੁਣ ਹੋਣ। ਦਰਵੰਤ, ਹਾਂਜੀ ਦਰਵੰਤ, ਦਰਬਵੰਤ ਜਿਹਦੇ ਕੋਲ ਬਹੁਤ ਸਾਰਾ ਪੈਸਾ ਹੋਵੇ, ਬਹੁਤ ਸਾਰਾ ਖਜ਼ਾਨਾ ਹੋਵੇ। ਦਰਬ ਦਾ ਮਤਲਬ ਹੁੰਦਾ ਖਜ਼ਾਨਾ। ਜਿੱਦਾਂ ਸੁਖਮਨੀ ਸਾਹਿਬ ਚਾਹੁੰਦਾ ਨਾ, ਮਿੱਥਿਆ ਹਸਤ ਪਰ ਦਰਬ ਕੋ ਹਿਰੇ। ਹਿਰੇ ਹੁੰਦਾ ਚੋਰੀ ਕਰਨੀ, ਹਸਤ ਮਨੇ ਹੱਥ, ਦਰਬ ਮਨੇ ਪੈਸਾ। ਉਹ ਹੱਥ ਗੁਰੂ ਸਾਹਿਬ ਕਹਿੰਦੇ ਝੂਠੇ ਨੇ, ਗਲਤ ਨੇ, ਗੰਦੇ ਨੇ, ਜਿਹੜੇ ਦੂਜੇ ਦਾ ਧਨ ਚੋਰੀ ਕਰਦੇ ਨੇ। तो दरब मने पैसा, दरबवंत पैसे वाला। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬੇਟਾ ਜੀ। ਵੀਰ ਜੀ ਆਪਾਂ ਮਹਿਮਾ ਨੂੰ ਪੰਜਾਬੀ ਚ ਕੀ ਕਵਾਂਗੇ? ਮਹਿਮਾ ਨੂੰ ਮਹਿਮਾ ਹੀ ਕਹਿੰਦੇ ਬੇਟੇ। ਮਹਿਮਾ ਹੁੰਦੀ ਹੈ ਸੋਭਾ, ਤਾਰੀਫ, ਸਿਰਫ ਮਹਿਮਾ ਕਹਿੰਦੇ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮਹਿਮਾ ਹੀ ਕਹਿੰਦੇ ਆ। ਠੀਕ ਹੈ ਜੀ। ਹਾਂਜੀ ਸਾਰਿਆਂ ਨੂੰ ਸਮਝ ਆਈ? ਕਲਾਸ ਵਧੀਆ ਲੱਗੀ? ਕੋਈ ਨਵੇਂ ਸ਼ਬਦ ਸਿੱਖਣ ਨੂੰ ਮਿਲੇ ਬੱਚਿਓ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਫਤਿਹ ਜੀ, ਫਤਿਹ ਜੀ। ਦੱਸੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੋ ਜੀ। ਮੈਂ ਪੁੱਛਣਾ ਚਾਹੁੰਦਾ ਸੰਜਮ ਦਾ ਮਤਲਬ ਕੀ ਹੁੰਦਾ ਹੈ? ਸੰਜਮ ਦਾ ਮਤਲਬ ਹੁੰਦਾ ਡਿਸਿਪਲਿਨ ਜੀ। ਸੰਜਮ ਅਸੀਂ ਡਿਸਿਪਲਿਨ ਕਹਿ ਦਿੰਦੇ ਹਾਂ, ਜਿਹਦੇ ਵਿੱਚ ਅਸੀਂ ਇਹ ਡਿਸਾਈਡ ਕਰਦੇ ਹਾਂ, ਇੱਕ ਅਨੁਸ਼ਾਸਨ ਹੋਵੇ, ਜਿਹਦੇ ਵਿੱਚ ਇੱਕ ਕਲੀਅਰ ਹੋਏ ਕਿ ਇਹ ਕਰਨਾ ਹੈ ਤੇ ਇਹ ਨਹੀਂ ਕਰਨਾ। ਜਿੱਦਾਂ ਮੈਂ ਕਹਾਂ, ਅਸੀਂ ਕਹੀਏ ਸੰਜਮ ਨਾਲ ਕੰਮ ਲਵੋ, ਅਰਥਾਤ ਕਾਹਲੀ ਨਾ ਕਰੋ, ਅਤ ਨਾ ਕਰੋ। ਜਿੱਦਾਂ ਮੈਂ ਕਹਾਂ ਸੰਜਮ ਨਾਲ ਰੋਟੀ ਖਾਓ, ਅਰਥਾਤ ਬੇਲੋੜੀ ਰੋਟੀ ਨਾ ਖਾਓ, ਜਿੰਨੀ ਭੁੱਖ ਹੈ ਉਨੀ ਖਾਓ। ਸੰਜਮ ਡਿਸਿਪਲਿਨ ਹੋ ਜਾਂਦਾ। ਜੀ ਜੀ, ਥੈਂਕ ਯੂ। ਕੈਪਟਨ ਸਾਹਿਬ ਅੱਜ ਦੀ ਕਲਾਸ ਇੱਥੇ ਸਮਾਪਤ ਕਰਦੇ ਹਾਂ, ਫਿਰ ਅੱਗੇ ਕੰਟੀਨਿਊ ਕਰ ਲਾਂਗੇ। ਠੀਕ ਹੈ ਜੀ, ਠੀਕ ਹੈ ਜੀ। ਇਹ ਤੁਸੀਂ ਨਾ ਇਹ ਵਿਦਿਆਰਥੀਆਂ ਨੂੰ ਜਿਹੜੇ ਹੈਗੇ ਨੇ ਬੱਚੇ, ਉਹ ਜਿਹੜਾ ਮੇਰਾ ਚੈਨਲ ਹੈ ਪੜ੍ਹਾਈ ਵਾਲਾ ਚਟਸਾਲ, ਉਹਦੇ ਬਾਰੇ ਵੀ ਦੱਸ ਦੇਣਾ, ਤਾਂ ਕਿ ਅਗਰ ਜਿਹੜੇ ਬੱਚੇ ਸਟੂਡੈਂਟਸ ਹੈਗੇ ਨੇ ਉਹ
6 7 ਤੋਂ ਲੈ ਕੇ 10th ਤੱਕ ਆਪਣਾ ਮੈਥ ਸਾਇੰਸ ਇੰਗਲਿਸ਼ ਉਹ ਸਾਰੀ ਕਰ ਸਕਦੇ ਨੇ, ਫ੍ਰੀ ਆਫ ਕਾਸਟ ਹੈਗਾ। ਤੇ ਬੜੇ ਬੱਚੇ ਲਾਹਾ ਲੈ ਰਹੇ ਨੇ। ਮਤਲਬ ਮੈਥ ਦੀ 8th 9th 10th ਦੀ NCERT ਦੀ ਬੁੱਕ ਸਾਰੀ ਸੋਲਵ ਕਰਕੇ ਪਾਈ ਹੋਈ ਹੈ, ਉਹਦੇ ਨੋਟਸ ਵੀ ਸਮਝਾਏ ਹੋਏ ਨੇ। ਤੇ ਸਾਇੰਸ ਦੀ 8th 9th ਵੀ ਕੀਤੀ ਹੋਈ ਹੈ, 10th ਵੀ ਕੀਤੀ ਹੋਈ ਹੈ, ਕੁਝ ਕੰਮ ਚੱਲਦਾ ਵੀ ਪਿਆ ਹੈਗਾ। ਸੋ ਸਾਇੰਸ ਮੈਥ ਤੁਹਾਡੀ ਜਿਹੜੀ ਹੈ ਤੁਸੀਂ ਉਹਦਾ ਬੈਨੀਫਿਟ ਲੈ ਸਕਦੇ ਹੋ। ਤੁਸੀਂ ਪਾਓ ਕੈਪਟਨ ਯਸ਼ਪਾਲ ਸਿੰਘ YouTube ਤੇ ਚੈਨਲ ਆ ਜਾਏਗਾ। ਫਿਰ ਪਲੇਲਿਸਟ ਵਿੱਚ ਜਾ ਕੇ ਐਜ਼ ਪਰ ਦੀ ਕਲਾਸਿਸ ਐਂਡ ਐਜ਼ ਪਰ ਦੀ ਸਬਜੈਕਟਸ ਅਲੱਗ-ਅਲੱਗ ਪਲੇਲਿਸਟਾਂ ਬਣੀਆਂ ਹੋਈਆਂ, ਚੈਪਟਰ ਵਾਈਜ਼ ਸਾਰੇ ਸਵਾਲ ਨੋਟਸ ਸਮਝਾਏ ਹੋਏ ਨੇ, ਤੇ ਤੁਸੀਂ ਉਹਦਾ ਬੈਨੀਫਿਟ ਵੀ ਲੈ ਸਕਦੇ ਹੋ। ਹਾਂਜੀ, ਅਸੀਂ ਗਰੁੱਪ ਵਿੱਚ ਮੈਸੇਜ ਕਰ ਦਾਂਗੇ ਤੇ ਤੁਸੀਂ ਇੱਕ ਹੋਰ ਵਾਰੀ ਦੱਸ ਦਿਓ, ਰਿਪੀਟ ਕਰ ਦਿਓ। ਅੱਛਾ, ਮੈਂ ਸਾਰੇ ਸਟੂਡੈਂਟਸ ਨੂੰ ਦੱਸਣਾ ਚਾਹੁੰਦਾ ਕਿ YouTube ਖੋਲੋ। YouTube ਤੇ ਜਿਹੜਾ ਉਹ ਮੈਗਨੀਫਾਈਂਗ ਗਲਾਸ ਆਉਂਦਾ, ਸਰਚ ਆਉਂਦਾ ਹੈ, ਉਹ ਤੇ ਪਾਓ ਕੈਪਟਨ ਯਸ਼ਪਾਲ ਸਿੰਘ, YASHPAL, ਯਸ਼ਪਾਲ, ਜਸਪਾਲ ਨਹੀਂ, ਜੇ ਨਹੀਂ, Y ਤੋਂ ਕੈਪਟਨ ਯਸ਼ਪਾਲ ਸਿੰਘ ਜਿਹੜੇ ਪਾਓਗੇ ਤੇ ਹਰੇ ਰੰਗ ਦਾ ਗੋਲ ਆਈਕਨ ਬਣਿਆ ਹੋਇਆ, ਉੱਤੇ ਲਿਖਿਆ ਚਟਸਾਲ ਕੈਪਟਨ ਯਸ਼ਪਾਲ ਸਿੰਘ, CHATSAAL, ਚਟਸਾਲ ਯਸ਼ਪਾਲ ਸਿੰਘ। ਉਹਨੂੰ ਸਬਸਕ੍ਰਾਈਬ ਕਰ ਲਓ। ਫਿਰ ਉਹਦੇ ਪਲੇਲਿਸਟ ਤੇ ਜਾਓ ਤੇ 5th ਇੰਗਲਿਸ਼, 6th ਇੰਗਲਿਸ਼, 7th ਇੰਗਲਿਸ਼, 8th ਇੰਗਲਿਸ਼, 9th ਇੰਗਲਿਸ਼, 10th ਇੰਗਲਿਸ਼, ਫਿਰ 8th ਸਾਇੰਸ, 9th ਸਾਇੰਸ, 10th ਸਾਇੰਸ, ਮੈਥ ਟ੍ਰਿਕਸ, ਗੁਰਬਾਣੀ ਅਰਥਬੋਧ, ਪਜ਼ਲਸ, ਐਬਰੀਵੇਸ਼ਨਸ, ਇੱਦਾਂ ਦੀ ਬਹੁਤ ਸਾਰੀ ਪਲੇਲਿਸਟਾਂ ਬਣੀਆਂ ਹੋਈਆਂ। ਕਰੀਬ 1200 ਦੇ ਕਰੀਬ ਵਿੱਚ ਵੀਡੀਓ ਆਲਰੇਡੀ ਪੈ ਚੁੱਕੇ ਨੇ ਤੇ ਕੰਮ ਆਲਰੇਡੀ ਚੱਲਦਾ ਪਿਆ। ਤੇ ਮੇਰੇ ਜਿਹੜੇ ਘਰ ਦੀਆਂ ਮੇਰੀ ਭਤੀਜੀਆਂ ਹੈਗੀਆਂ ਸਾਰੇ ਉਧਰ ਹੀ ਪੜ੍ਹਾਈ ਕਰਦੇ ਨੇ। ਅਸੀਂ ਉਹ ਟਿਊਸ਼ਨ ਵੀ ਨਹੀਂ ਰੱਖੀ ਹੋਈ ਉਹਨਾਂ ਨੇ, ਐਂਡ ਦੇ ਆਰ ਡੂਇੰਗ ਵੈਰੀ ਵੈਲ। ਤੇ ਮੈਂ ਚਾਹੁੰਦਾ ਤੁਸੀਂ ਵੀ ਉਹਨਾਂ ਦਾ ਬੈਨੀਫਿਟ ਉਸ ਚੀਜ਼ ਦਾ ਲੈ ਸਕਦੇ ਹੋ। NCERT ਦਾ ਸਾਰਾ ਸਿਲੇਬਸ ਹੈਗਾ, ਤੇ ਜੇ ਕੋਈ ਸਟੇਟ ਬੋਰਡ ਦੀ ਅਗਰ ਅਲੱਗ ਵੀ ਹੈ ਤੇ ਉਹਨਾਂ ਕੋਈ ਫਰਕ ਨਹੀਂ ਪਏਗਾ। ਉਹ ਜਿਹੜਾ ਕੰਟੈਂਟਸ ਹੈਗੇ ਨੇ, ਸਵਾਲ ਹੈਗੇ ਨੇ, ਸੇਮ ਹੈਗੇ ਨੇ। ਤੁਸੀਂ ਉਹਨਾਂ ਦਾ ਚੰਗੀ ਤਰ੍ਹਾਂ ਸਮਝਾਏ ਨੇ ਤੇ ਤੁਸੀਂ ਉਹਦਾ ਬੈਨੀਫਿਟ ਲੈ ਸਕਦੇ ਹੋ। ਆਪਣਾ ਫੀਡਬੈਕ ਵੀ ਦੇ ਸਕਦੇ ਹੋ ਤਾਂ ਕਿ ਉਹਨੂੰ ਚੈਨਲ ਨੂੰ ਕਿਵੇਂ ਹੋਰ ਸੁਧਾਰਿਆ ਜਾਵੇ, ਵਧੀਆ ਕੀਤਾ ਜਾਵੇ। ਬਹੁਤ ਬਹੁਤ ਧੰਨਵਾਦ ਕੈਪਟਨ ਸਰ ਦਾ, ਦਿਲੋਂ ਧੰਨਵਾਦ। ਤੇ ਅੱਗੇ ਫਿਰ ਕੱਲ ਕਰਾਂਗੇ ਕਲਾਸ। ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ।